ਅਸੀਂ ਪਿਛਲੇ ਐਪੀਸੋਡ ਵਿੱਚ ਜਾਣ ਕੇ ਆਏ ਹਾਂ ਕਿ ਕਿਵੇਂ ਸਿੱਖ ਗੁਰੂ ਸਾਹਿਬਾਨ ਨੂੰ ਰਾਸ਼ਟਰਵਾਦ ਦੇ ਘੇਰੇ ਵਿੱਚ ਡਿਫਾਈਨ ਕੀਤਾ ਗਿਆ, ਤਾਂ ਕਿ ਸਿੱਖਾਂ ਦੇ ਦਿਮਾਗਾਂ ਵਿੱਚ ਇਹ ਗੱਲ ਬਿਠਾਈ ਜਾ ਸਕੇ ਕਿ ਗੁਰੂ ਸਾਹਿਬ ਵੀ ਰਾਸ਼ਟਰ ਦਾ ਭਲਾ ਚਾਹੁੰਦੇ ਸਨ ਤੇ ਉਹਨਾਂ ਵੱਲੋਂ ਕੀਤੇ ਗਏ ਸਾਰੇ ਕਾਰਜ ਇਸੇ ਰਾਸ਼ਟਰ ਹਿੰਦੁਸਤਾਨ ਲਈ ਹੀ ਹਨ। ਇਸ ਦੇ ਨਾਲ ਇਹ ਵੀ ਜਾਣਿਆ ਕਿ ਕਿਵੇਂ ਬੁੱਧੀਮਾਨ ਵਰਗ ਇਸ ਸਿਧਾਂਤਕ ਘੇਰਾਬੰਦੀ ਦਾ ਸ਼ਿਕਾਰ ਬਣਿਆ ਤੇ ਵਿਰੋਧੀਆਂ ਦੇ ਹੱਕ ਵਿੱਚ ਭੁਗਤਿਆ। ਅਸੀਂ ਹੁਣ ਤੱਕ ਨੇਸ਼ਨ ਯਾਨੀ ਕਿ ਰਾਸ਼ਟਰ ਤੇ ਉਸ ਵਿੱਚ ਵਸ ਰਹੀਆਂ ਵੱਖ-ਵੱਖ ਕੌਮਾਂ ਦੀ ਗੱਲ ਸੁਣ ਕੇ ਆਏ ਹਾਂ, ਪਰ ਵੱਡਾ ਸਵਾਲ ਇਹ ਹੈ ਕਿ ਸਿੱਖ ਵੀ ਇਸੇ ਤਰ੍ਹਾਂ ਦੀ ਹੀ ਨੇਸ਼ਨ ਸਟੇਟ ਦੇ ਪਿੱਛੇ ਹਨ, ਜੋ ਕਿ ਵੈਸਟਰਨ ਵਰਲਡ ਦੇ ਵੱਲੋਂ ਸਿਰਜੀ ਗਈ ਅਤੇ ਭਾਰਤ ਵਿੱਚ ਅਪਣਾਈ ਗਈ, ਜਿਸ ਦੇ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ। ਦੇਖੋ, ਜਿਵੇਂ ਆਪਾਂ ਗੱਲ ਕੀਤੀ ਹੈ ਹੁਣ ਤੱਕ ਕਿ ਜਿਹੜਾ ਨੇਸ਼ਨ ਦਾ ਆਈਡੀਆ ਅਤੇ ਜਿਹੜਾ ਨੇਸ਼ਨ ਬਿਲਡਿੰਗ ਦਾ ਪ੍ਰੋਸੈਸ ਹੈ, ਉਹ ਇਹ ਹੈ ਕਿ ਯੂਨੀਫਾਰਮਿਟੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਡਿਵਰਸਿਟੀ ਨੂੰ ਖ਼ਤਮ ਕਰਕੇ। ਇਹ ਥਰਸਟ ਹੈ ਨੇਸ਼ਨ ਦੇ ਵਿੱਚ ਹਮੇਸ਼ਾ ਹੀ ਕਿ ਉਹ ਯੂਨੀਫਾਰਮਿਟੀ ਚਾਹੁੰਦੇ ਹੈ, ਡਿਵਰਸਿਟੀ ਨੂੰ ਖ਼ਤਮ ਕਰਕੇ ਹਰ ਕਿਸਮ ਦੇ ਅੰਦਰ ਜਿਹੜੇ ਕਲਚਰਲ ਡਿਫਰੈਂਸਿਸ ਨੇ ਉਹਨਾਂ ਨੂੰ ਖ਼ਤਮ ਕਰਨ ਦੀ ਉਹਦੇ ਵਿੱਚ ਇੱਕ ਥਰਸਟ ਹੈਗੀ ਹੈ। ਨੰਬਰ 1 ਇਹ ਟੈਂਡੈਂਸੀ। ਨੰਬਰ 2 ਕਿ ਨੇਸ਼ਨਸ ਡਿਫਰੈਂਟਸ ਹੈ, ਪਰ ਉਹਨਾਂ ਦਾ ਜਿਹੜੀ ਉਹਨਾਂ 'ਚ ਡੋਮੀਨੇਸ਼ਨ ਦੀ ਟੈਂਡੈਂਸੀ ਹੈ ਕਿ ਮੇਰਾ ਵੱਧ ਤੋਂ ਵੱਧ ਜਿਹੜਾ ਹੈਗਾ ਸਫੀਅਰ ਆਫ ਇਨਫਲੂਐਂਸ, ਜਿਹੜਾ ਕਿਉਂਕਿ ਅੱਜ ਕੱਲ੍ਹ ਤੁਸੀਂ ਕਿਸੇ ਦੀ ਜਗਰਾਫੀਕਲ ਟੈਰੀਟਰੀ ਤਾਂ ਨਹੀਂ ਖੋ ਸਕਦੇ, ਪਰ ਸਫੀਅਰ ਆਫ ਇਨਫਲੂਐਂਸ ਵਧਾ ਸਕਦੇ। ਅਤੇ ਨੇਸ਼ਨ ਹੁਣ ਦਾ ਪ੍ਰੋਸੈਸ ਜਿਹੜਾ ਨੇਸ਼ਨ ਦਾ ਕਨਸੈਪਟ ਜੁੜ ਕੇ ਆਇਆ ਕੈਪੀਟਲਿਜ਼ਮ ਨਾਲ। ਸੋ ਇਟ ਮੀਨਸ ਇਨ ਈਸੈਂਸ ਜਿਹੜੀ ਉਸ ਨੇਸ਼ਨ ਦੀ ਸਰਮਾਏਦਾਰੀ ਹੈ, ਵਪਾਰੀ ਵਰਗ ਹੈ, ਉਹਦੇ ਹਿੱਤ ਹੁੰਦੇ ਨੇ। ਉਸ ਹਿਸਾਬ ਨਾਲ ਹੀ ਸਫੀਅਰ ਆਫ ਇਨਫਲੂਐਂਸ ਵਧਾਏ ਜਾਂਦੇ ਨੇ, ਉਸ ਹਿਸਾਬ ਨਾਲ ਦੋਸਤ ਤੇ ਦੁਸ਼ਮਣ ਬਣਦੇ। ਸੋ ਦੁਸ਼ਮਣੀ ਦਾ ਕਨਸੈਪਟ ਇਹਦਾ ਅਟੁੱਟ ਅੰਗ ਹੈ ਨੇਸ਼ਨ ਦਾ। ਕੋਈ ਨੇਸ਼ਨ ਅਜਿਹੀ ਨਹੀਂ ਹੋਊ ਜਿਹੜੀ ਇਹ ਕਹੇ ਮੇਰੇ ਤਾਂ ਕੋਈ ਦੁਸ਼ਮਣੀ ਨਹੀਂ ਜੀ। ਦੁਸ਼ਮਣੀ ਦੀ ਭਾਵਨਾ ਰਹਿਣੀ ਹੈ, ਤੁਸੀਂ ਉਹਨੂੰ ਉਹ ਫਿਰ ਅਖੀਰ ਨੂੰ ਜੰਗਾਂ ਤੱਕ ਜਾਂਦੀ ਹੈ। ਜੰਗਾਂ ਜਿਹੜੀਆਂ ਦੋ ਸੰਸਾਰ ਜੰਗਾਂ ਨਿਕਲੀਆਂ, ਵੈਸੇ ਤਾਂ ਆਪਾਂ ਜੇ ਲੌਜੀਕਲੀ ਦੇਖੀਏ ਤਾਂ ਜੇ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਸਿਵਲਾਈਜ਼ਡ ਹਾਂ, ਸਿਵਲਾਈਜ਼ਡ ਦਾ ਮਤਲਬ ਤਾਂ ਹੈ ਵੀ ਕੋਈ ਵੀ ਮਸਲਾ ਬਹਿ ਕੇ ਡਾਇਲਾਗ ਰਾਹੀਂ ਹੱਲ ਹੋ ਸਕਦਾ ਹੈ, ਪਰ ਉਹ ਨਹੀਂ ਹੱਲ ਹੋ ਰਹੀ। ਸਭ ਤੋਂ ਭਿਆਨਕ ਜੰਗਾਂ ਸਿਵਲਾਈਜੇਸ਼ਨ ਦੇ ਦੌਰ 'ਚ ਹੀ ਹੋਈਆਂ। ਉਹ ਤੈਮੂਰ ਲੰਗ ਨਾਲੋਂ ਜਾਂ ਹਲਾਕੂ ਨਾਲੋਂ ਜਾਂ ਅਬਦਾਲੀ ਨਾਲੋਂ ਵੀ ਭੈੜੀਆਂ, ਜਿੰਨੀ ਮਾਨਵਤਾ ਮਾਰੀ ਹੈ ਅਤੇ ਮਰ ਰਹੀ ਹੈ ਅੱਜ। ਸੋ ਜੇ ਜੰਗਾਂ ਖਤਮ ਨਹੀਂ ਹੋ ਰਹੀਆਂ, ਜਿਹਦਾ ਮਤਲਬ ਇਹ ਹੈ ਕਿ ਤੁਹਾਡੇ ਜਿਹੜੇ ਹੈਗਾ ਸਵਾਰਥ, ਕਿਉਂਕਿ ਸਵਾਰਥ ਦਾ ਹੀ ਟਕਰਾਅ ਹੈ ਨਾ ਆਪਸ ਵਿੱਚ, ਜਿਹੜੇ ਕਨਫਲਿਕਟ ਹੈ। ਸੋ ਇਹ ਜਿਹੜੇ ਹੁਣ ਦੋ ਕਨਸੈਪਟ ਨੇ, ਇੱਕ ਤਾਂ ਡਾਇਵਰਸਿਟੀ ਨੂੰ ਖਤਮ ਕਰਨਾ ਅਤੇ ਯੂਨੀਫਾਰਮਿਟੀ ਲਿਆਉਣੀ, ਇੱਕ ਕਿ ਦੁਸ਼ਮਣੀ ਤੋਂ ਨਿਜਾਤ ਨਾ ਪਾ ਸਕਣ। ਇਹ ਦੋਵੇਂ ਸਿੱਖ ਧਰਮ ਦੇ ਉਲਟ ਜਾਂਦੇ। ਸਿੱਖ ਧਰਮ ਜਦੋਂ ਆਪਾਂ ਕਹਿੰਦੇ ਸਾਡੀ ਜਿਹੜੀ ਵਿਚਾਰਧਾਰਾ ਉਹ ਸਰਬੱਤ ਦੇ ਭਲੇ ਦੀ ਹੈ, ਅਤੇ ਸਰਬੱਤ ਦਾ ਭਲਾ ਤਾਂ ਹੀ ਹੋ ਸਕੂਗਾ ਜੇ ਤੁਸੀਂ ਹਰ ਇੱਕ ਨੂੰ ਬਰਾਬਰ ਸਮਝੋਗੇ। ਇਹ ਨਹੀਂ ਕਿ ਤੂੰ ਮੇਰੇ ਅਧੀਨ ਰਹਿ ਫਿਰ ਸਰਬੱਤ ਦਾ ਭਲਾ ਹੋ। ਸੋ ਸਰਬੱਤ ਦੇ ਸਾਡੇ ਭਲੇ ਦੀ ਜਿਹੜੀ ਵਿਚਾਰਧਾਰਾ ਹੈ, ਉਹਦੇ 'ਚ ਕਿਤੇ ਨੇਸ਼ਨ ਅਤੇ ਨੇਸ਼ਨ ਸਟੇਟ ਦਾ ਕਨਸੈਪਟ ਥਿੱਟਣ ਨਹੀਂ ਹੁੰਦਾ। ਕਿਉਂਕਿ ਜੇ ਨੇਸ਼ਨ ਸਟੇਟ ਬਣਾਓਗੇ ਤਾਂ ਤੁਹਾਨੂੰ ਜਿਹੜੇ ਬੰਦੇ ਉਹਦੇ ਘੇਰੇ 'ਚ ਨਹੀਂ ਆਉਂਦੇ, ਕਿਉਂਕਿ ਹਰ ਜਗ੍ਹਾ ਜਿੱਥੇ ਨੇਸ਼ਨ ਬਣੀ ਹੈ ਜੀ, ਉਹਦੇ 'ਚ ਜਿਹੜਾ ਉਹਦਾ ਡੋਮੀਨੈਂਟ ਵਰਗ ਹੈ, ਭਾਵੇਂ ਉਹਦੀ ਮੈਜੋਰਟੀ ਹੈ ਜਾਂ ਜੋ ਪਾਵਰਫੁੱਲ ਹੈ, ਉਹਦਾ ਕਲਚਰ ਹੀ ਅਸਲ 'ਚ ਉਹ ਨੈਸ਼ਨਲ ਕਲਚਰ ਬਣਾਇਆ ਉਹਨਾਂ ਨੇ। ਫਿਰ ਬਾਕੀਆਂ ਨੂੰ ਤਾਂ ਉਹਦੇ ਵਾਸਤੇ ਮਨਾਉਣ ਵਾਸਤੇ ਜ਼ੋਰ ਲਾਇਆ ਉਹਨਾਂ ਨੇ। ਉਹਨਾਂ ਦੀ ਭਾਸ਼ਾ, ਉਹਨਾਂ ਦਾ ਕਲਚਰ, ਉਹਨਾਂ ਦਾ ਧਰਮ ਅਤੇ ਉਹਨਾਂ ਦੇ ਇੰਟਰਸਟ ਉਹੀ ਨੈਸ਼ਨਲ ਇੰਟਰਸਟ ਬਣ ਗਏ, ਉਹੀ ਨੈਸ਼ਨਲ ਮੇਨ ਸਟਰੀਮ ਬਣ ਗਈ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨੇ ਆਈ। ਸਿੱਖ ਧਰਮ ਦੇ ਮੌਲਿਕ ਸਿਧਾਂਤਾਂ ਦੇ ਵਿੱਚ ਕੁਦਰਤ ਦੇ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਹੈ। ਸਿੱਖ ਧਰਮ ਇੱਕ ਅਜਿਹਾ ਧਰਮ ਹੈ ਜੋ ਭਿੰਨਤਾ ਨੂੰ ਕਬੂਲਦਾ ਹੈ ਅਤੇ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਆਇਆ ਤਾਂ ਕਿਸਾਨੀ ਕਰਨ ਵਾਲਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ।
ਔਰ ਉਸ ਦੇ ਵਿੱਚ ਕਿਸੇ ਦੀ ਜਾਤ, ਕਿਸੇ ਦਾ ਧਰਮ, ਕਿਸੇ ਦਾ ਵਰਨ ਨਹੀਂ ਦੇਖਿਆ ਗਿਆ। ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਦਾ ਅਸਲ ਨਾਮ ਸਰਕਾਰ ਖਾਲਸਾ ਜੀਓ ਸੀ, ਜੋ ਕਿ ਅੱਜ ਵੀ ਚੀਨ ਅਤੇ ਤਿੱਬਤ ਦੀਆਂ ਸੰਧੀਆਂ ਦੇ ਵਿੱਚ ਦਰਜ ਹੈ। ਕੌਮ ਦੇ ਮਹਾਨ ਵਿਦਵਾਨ ਸਰਦਾਰ ਕਪੂਰ ਸਿੰਘ ਵੱਲੋਂ ਸਰਕਾਰ ਖਾਲਸਾ ਜੀਓ ਦੇ ਅਰਥ ਪੀਪਲਸ ਰਿਪਬਲਿਕ ਲੈਡ ਬਾਈ ਖਾਲਸਾ ਕੀਤੇ ਗਏ ਹਨ, ਜਿਸ ਦਾ ਮਤਲਬ ਹੈ ਖਾਲਸੇ ਦੀ ਅਗਵਾਈ ਦੇ ਵਿੱਚ ਲੋਕਾਂ ਦਾ ਗਣਰਾਜ। ਇਹ ਸਿੱਖ, ਹਿੰਦੂ ਅਤੇ ਮੁਸਲਮ ਦਾ ਸਾਂਝਾ ਰਾਜ ਪ੍ਰਬੰਧ ਸੀ। ਭਾਵੇਂ ਕਿ ਜੰਗਾਂ ਜੁੱਧਾਂ ਖਾਲਸੇ ਨੇ ਕੀਤੀਆਂ, ਪਰ ਜਦੋਂ ਰਾਜ ਕਰਨ ਦੀ ਵਾਰੀ ਆਈ ਤਾਂ ਸਾਰਿਆਂ ਨੂੰ ਨਾਲ ਲੈ ਕੇ ਰਾਜ ਕੀਤਾ ਗਿਆ। ਬਿਨਾਂ ਧਰਮ ਦੇ ਵਿਤਕਰੇ ਤੇ ਸਾਰਿਆਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਗਈਆਂ। ਖਾਲਸੇ ਦੇ ਇਸ ਰਾਜ ਵਿੱਚ ਕੋਈ ਮੰਦਰ, ਕੋਈ ਮਸਜਿਦ ਨਹੀਂ ਢਾਈ ਗਈ, ਕੋਈ ਲਾਇਬ੍ਰੇਰੀ ਨਹੀਂ ਸਾੜੀ ਗਈ। ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ। ਹੁਣ ਸਾਡੇ ਕੀ ਹੈ ਜਿਹੜੇ ਆਪਾਂ ਸਿੱਖ ਧਰਮ ਦੇ ਵਿੱਚ ਕਹਿੰਦੇ ਆ, ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਡਾਇਵਰਸਿਟੀ ਦੇ ਖਿਲਾਫ ਨਹੀਂ। ਕਿਉਂ ਖਿਲਾਫ ਨਹੀਂ? ਕਿਉਂਕਿ ਕੁਦਰਤ ਦੀ ਜੋ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਉਹ ਰਚਨਾ ਹੋਈ, ਉਹਦਾ ਨਿਯਮ ਹੀ ਡਾਇਵਰਸਿਟੀ ਹੈ, ਯੂਨੀਫਾਰਮਿਟੀ ਨਹੀਂ। ਜੇ ਯੂਨੀਫਾਰਮਿਟੀ ਹੁੰਦੀ ਤਾਂ ਅਕਾਲ ਪੁਰਖ ਨੇ ਇੱਕੋ ਜਿਹੇ ਬੰਦੇ ਪੈਦਾ ਕਰ ਦੇਣੇ ਸੀ, ਇੱਕੋ ਹੀ ਫੁੱਲ ਚਾਹੀਦਾ ਸੀ ਦੁਨੀਆ 'ਚ, ਇੱਕੋ ਹੀ ਕੋਈ ਜਾਨਵਰ। ਆ ਜਿਹੜੀ ਇੰਨੀ ਡਿਵਰਸਿਟੀ ਪੈਦਾ ਕੀਤੀ, ਕੋਈ ਵੀ ਇੱਕ ਦੂਜੇ ਵਰਗਾ ਨਹੀਂ, ਨਾ ਕੋਈ ਪੰਛੀ, ਨਾ ਪਸ਼ੂ, ਨਾ ਬੰਦਾ। ਈਵਨ ਇੱਕ ਦਰਖਤ ਦੇ ਦੋ ਪੱਤੇ ਇੱਕ ਦੂਜੇ ਵਰਗੇ ਨਹੀਂ, ਬਿਲਕੁਲ ਆਇਡੈਂਟੀਕਲ ਕੁਛ ਨਹੀਂ। ਸੋ ਜੇ ਕੁਦਰਤ ਦੀ ਰਚਨਾ ਇਸ ਤਰ੍ਹਾਂ ਹੋਈ ਹੈ ਕਿ ਇੱਥੇ ਡਾਇਵਰਸਿਟੀ ਨੂੰ ਸੈਲੀਬ੍ਰੇਟ ਕੀਤਾ ਗਿਆ ਤੇ ਅਸੀਂ ਉਹ ਡਾਇਵਰਸਿਟੀ ਤਬਾਹ ਕਰਨ ਲੱਗ ਜਾਈਏ, ਤੇ ਉਹ ਡਾਇਵਰਸਿਟੀ ਇਕੱਲੀ ਬਾਇਓਡਾਇਵਰਸਿਟੀ ਨਹੀਂ, ਉਹ ਡਾਇਵਰਸਿਟੀ ਕਲਚਰਲ ਡਾਇਵਰਸਿਟੀ, ਤੇ ਉਹ ਡਾਇਵਰਸਿਟੀ ਨੌਲੇਜ ਦੀ ਡਾਇਵਰਸਿਟੀ ਵੀ ਹੈ। ਜਿੰਨੇ ਵੱਧ ਗਿਆਨ ਹੋਣਗੀਆਂ ਧਰਾਵਾਂ ਅਲੱਗ-ਅਲੱਗ, ਉਨਾ ਹੀ ਮਾਨਵਤਾ ਦਾ ਜਿਹੜਾ ਰਿਚਨੈਸ ਆਊ ਉਹਦੇ ਵਿੱਚ। ਸੋ ਇੱਕੋ ਚੀਜ਼ ਲਿਆਉਣੀ, ਯੂਨੀਫਾਰਮਿਟੀ ਲਿਆਓ ਜੀ, ਇੱਕੋ ਹੀ ਦੇਸ਼ ਦੀ ਭਾਸ਼ਾ ਹੋਵੇ, ਇੱਕੋ ਹੀ ਇਹਦਾ ਸੱਭਿਆਚਾਰ ਹੋਵੇ, ਇੱਕ ਤਰ੍ਹਾਂ ਹੀ ਸੋਚਣ, ਇਹ ਤਾਂ ਕੁਦਰਤ ਦੇ ਨਿਯਮ ਦੀ, ਸ੍ਰਿਸ਼ਟੀ ਦੇ ਨਿਯਮ ਦੀ ਉਲੰਘਣਾ ਹੈ। ਸੋ ਸਾਡਾ ਜਿਹੜਾ ਕਨਸੈਪਟ ਆਇਆ ਉਹਦੇ 'ਚ ਇਹ ਫਰਕ ਹੈ, ਜਿਹੜੇ ਮਾਡਰਨ ਸਟੇਟਸ ਹੈ ਉਹ ਚੀਜ਼ਾਂ ਜੋ ਲਿਆਉਂਦੀਆਂ ਉਹ ਦਿਮਾਗੀ ਗਿਣਤੀਆਂ ਮਿਣਤੀਆਂ ਨਾਲ ਲਿਆਉਂਦੇ। ਜੇ ਹਿਊਮਨ ਰਾਈਟਸ ਦੀ ਗੱਲ ਵੀ ਆਈ ਹੈ, ਉਹ ਗਿਣਤੀਆਂ ਮਿਣਤੀਆਂ 'ਚੋਂ ਆਈ ਹੈ। ਸੋ ਅਸੀਂ ਕਹੀਏ ਵੀ ਨੌਵੇਂ ਪਾਤਸ਼ਾਹ ਹਿਊਮਨ ਰਾਈਟਸ ਵਾਸਤੇ ਸ਼ਹੀਦ ਹੋਏ, ਜਦੋਂ ਤੁਸੀਂ ਗੁਰੂਆਂ ਨੂੰ ਇਹਨਾਂ ਟਰਮਾਂ ਰਾਹੀਂ ਡਿਫਾਈਨ ਕਰੋਗੇ ਨਾ, ਤਾਂ ਸਾਡਾ ਬਹੁਤ ਕੁਛ ਵਿੱਚ ਗਵਾਚ ਜਾਂਦਾ, ਉਹਦੇ ਬਹੁਤ ਕੁਛ ਪਾਛੇ ਰਹਿ ਜਾਂਦਾ ਹੈ। ਹਿਊਮਨ ਰਾਈਟਸ ਦਾ ਕਨਸੈਪਟ ਬੜਾ ਛੋਟਾ ਹੈ, ਇਹ ਤਾਂ ਬੰਦੇ ਦਾ ਘੜਿਆ ਹੋਇਆ ਨਿਯਮ ਹੈ। ਅਸੀਂ ਚੱਲਣਾ ਸ੍ਰਿਸ਼ਟੀ ਦੇ, ਜੋ ਦੈਵੀ ਰਚਨਾ ਹੋਈ ਹੈ, ਅਸੀਂ ਉਹਨੂੰ ਫਾਲੋ ਕਰ। ਸੋ ਗੁਰੂ ਨਾਨਕ ਸਾਹਿਬ ਦਾ ਇਹੀ ਸੀ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਕਿ ਜੋ ਕੁਛ ਬ੍ਰਹਿਮੰਡ ਦਾ ਰਚਨਾ ਹੋਈ ਹੈ, ਜੋ ਇਹ ਪਸਾਰਾ ਤੇ ਵਰਤਾਰਾ ਹੈ ਕੁਦਰਤ ਦਾ, ਇਹ ਇੱਕ ਕਿਸੇ ਖਾਸ ਮਹਾਨਿਯਮ 'ਚ ਬੱਝਿਆ ਹੋਇਆ ਹੈ। ਉਹ ਮਹਾਨਿਯਮ ਕੀ ਹੈ? ਉਹ ਮਹਾਨਿਯਮ ਇਹ ਹੈ ਕਿ ਡਾਇਵਰਸਿਟੀ ਹੈ ਬਹੁਤ ਜ਼ਿਆਦਾ, ਪਰ ਡਾਇਵਰਸਿਟੀ ਹੈ ਅਨਾਰਕੀ ਨਹੀਂ, ਸਗੋਂ ਹਾਰਮਨੀ ਹੈ। ਇਹ ਬਹੁਤ ਇੰਪੋਰਟੈਂਟ ਹੈ। ਇੰਨੀ ਡਿਵਰਸਿਟੀ ਹੈ, ਅਨਾਰਕੀ ਨਹੀਂ ਕਿਤੇ, ਹਾਰਮਨੀ ਹੈ। ਹਾਰਮਨੀ ਤਾਂ ਹੈ ਕਿ ਹਰ ਇੱਕ ਬਰਾਬਰ ਹੈ। ਹਾਰਮਨੀ ਉੱਥੇ ਹੋ ਜਿੱਥੇ ਬਰਾਬਰੀ ਹੋ, ਜਿੱਥੇ ਡੋਮੀਨੇਸ਼ਨ ਆਫ ਹਾਰਮਨੀ ਨਹੀਂ। ਉਹ ਤਾਂ ਤੁਸੀਂ ਦੂਜੇ ਨੂੰ ਡਰਾ ਕੇ ਉਹ ਪੀਸ ਜਾਂ ਕ੍ਰੀਏਟ ਕਰ ਸਕਦੇ ਹੋ, ਜਿਹਦਾ ਮਤਲਬ ਹਰ ਇੱਕ ਆਪਦੀ ਜਗ੍ਹਾ ਫਿੱਟ ਹੈ, ਉਹਦਾ ਇੱਕ ਰੋਲ ਹੈ। ਹਰ ਚੀਜ਼ ਅਮੁੱਲ ਹੈ ਜੀ, ਕੁਛ ਵੀ ਤੁੱਛ ਨਹੀਂ। ਭਾਵੇਂ ਕੀੜੀ ਹੈ ਛੋਟੀ, ਉਹਦਾ ਵੀ ਕੁਦਰਤ ਦੇ ਵਿੱਚ, ਜੇ ਉਹਨੂੰ ਇੱਕ ਜਨਮ ਮਿਲਿਆ ਅਤੇ ਜਿਹਦਾ ਮਤਲਬ ਹੈ ਉਹਨੂੰ ਇੱਕ ਹੋਣ ਦਾ ਅਧਿਕਾਰ ਤਾਂ ਅਕਾਲ ਪੁਰਖ ਨੇ ਦਿੱਤਾ ਨਾ ਕਿਤੇ, ਅਤੇ ਉਹਦਾ ਕੋਈ ਰੋਲ ਹੈ। ਸੋ ਅਸੀਂ ਸ੍ਰਿਸ਼ਟੀ ਨੂੰ ਇਸ ਤਰ੍ਹਾਂ ਦੇਖਣਾ ਹੈ, ਦੁਨੀਆ ਤੋਂ ਲੈ ਕੇ, ਮਨੁੱਖੀ ਸਮਾਜ ਤੋਂ ਲੈ ਕੇ, ਕੁਦਰਤ ਤੋਂ ਲੈ ਕੇ, ਜੰਗਲ, ਵਾਤਾਵਰਨ, ਸਭ ਕੁਛ ਨੂੰ ਵੀ ਇਹਦੀ ਰਚਨਾ ਇਸ ਤਰ੍ਹਾਂ ਹੋਈ ਹੈ। ਸੋ ਇਸ ਕਰਕੇ ਅਸੀਂ ਜਿੱਥੇ ਵੀ ਡਿਵਰਸਿਟੀ ਨੂੰ ਖਤਮ ਕਰਨ ਦਾ ਯਤਨ ਹੈ, ਭਾਵੇਂ ਉਹ ਬਾਇਓਡਿਵਰਸਿਟੀ ਹੈ, ਭਾਵੇਂ ਉਹ ਕਲਚਰਲ ਡਿਵਰਸਿਟੀ ਹੈ, ਭਾਵੇਂ ਉਹ ਗਿਆਨ ਦੀ ਡਿਵਰਸਿਟੀ ਹੈ,
ਉਹਦੇ ਅਸੀਂ ਖਿਲਾਫ ਹਾਂ। ਤਾਂ ਖਿਲਾਫ ਹਾਂ ਕਿਉਂਕਿ ਉਹ ਸ੍ਰਿਸ਼ਟੀ ਦੇ ਨਿਯਮ ਦੀ ਉਲੰਘਣਾ ਹੈ। ਸੋ ਨੇਸ਼ਨ ਜਿਹੜੀ ਹੈਗੀ, ਨੇਸ਼ਨ ਸਟੇਟ, ਉਹ ਡਾਇਵਰਸਿਟੀ ਨੂੰ ਖਤਮ ਕਰਨ ਦਾ ਇੱਕ ਸਾਧਨ ਹਰ ਜਗ੍ਹਾ ਬਣੀ। ਜਿੱਥੇ ਵੀ ਦੇਖ ਲਓ ਤੁਸੀਂ, ਜਿੱਥੇ ਨੇਸ਼ਨ ਬਿਲਡਿੰਗ ਦਾ ਕੰਮ ਚੱਲਿਆ, ਉਹਦੇ 'ਚ ਜ਼ੁਲਮ ਤੋਂ ਬਗੈਰ, ਬਹੁਤ ਕੁਛ ਛਾਂਗਣ ਤਰਾਸ਼ਣ ਤੋਂ ਬਗੈਰ, ਬਹੁਤ ਕੁਛ ਖਤਮ ਕੀਤੇ ਬਗੈਰ ਉਹ ਸਿਰਜਣਾ ਨਹੀਂ ਹੋਈ। ਸੋ ਇਸ ਕਰਕੇ ਅਸੀਂ ਨੇਸ਼ਨ ਸਟੇਟ ਨਹੀਂ, ਸਾਡਾ ਸਿੱਖਾਂ ਦਾ ਜਿਹੜਾ ਨਿਸ਼ਾਨਾ ਹੈ ਉਹ ਨੇਸ਼ਨ ਸਟੇਟ ਸਿਰਜਣ ਦਾ ਨਹੀਂ ਹੋ ਸਕਦਾ। ਸਾਡਾ ਜਿਹੜਾ ਰਾਜ ਦਾ ਕਨਸੈਪਟ ਹੈ ਉਹ ਸ੍ਰਿਸ਼ਟੀ ਦੇ ਨਿਯਮਾਂ ਦੇ ਅਨੁਸਾਰ ਹੀ ਹੋ। ਤੋ ਜਿੱਥੇ ਇਹ ਹੈ ਕਿ ਸਾਡੇ ਵਾਸਤੇ ਕੋਈ ਦੁਸ਼ਮਣ ਨਹੀਂ ਰਹਿ ਚੁੱਕੀ, ਸਾਡੀ ਕਿਸੇ ਵੀ ਸਕੀਮ 'ਚ ਦੁਸ਼ਮਣੀ ਕਿਤੇ ਨਹੀਂ ਆਉਂਦੀ। ਅਸੀਂ ਇਹ ਤਾਂ ਹੋ ਸਕਦਾ ਹੈ ਵੀ ਜਿਹੜਾ ਕੋਈ ਅੜਿੱਕਾ ਬਣਦਾ ਹੈ, ਕੁਦਰਤ ਦੇ ਉਸ ਅਨੁਸਾਰ ਨਹੀਂ ਚੱਲ ਰਿਹਾ, ਅੱਜ ਵਿਗੜ ਪਾ ਰਿਹਾ ਕੁਦਰਤ ਦੇ ਅਮਲ 'ਚ, ਅਸੀਂ ਉਹਦੇ ਖਿਲਾਫ ਤਾਕਤ ਦੀ ਵਰਤੋਂ ਕਰ ਸਕਦੇ ਹਾਂ। ਇਹ ਨਹੀਂ ਕਿ ਉਹ ਸਾਡਾ ਕੋਈ ਸਦੀਵੀ ਦੁਸ਼ਮਣ ਬਣ ਗਿਆ। ਸੋ ਅਸੀਂ ਤਾਂ ਇਸ ਤਰ੍ਹਾਂ ਜਿਹੜੇ ਦੇਖਣਾ ਹੈ ਵੀ ਸਾਡਾ ਵਿਰੋਧੀ ਕੌਣ ਹੈ ਅਤੇ ਹੋਰ ਕੌਣ ਹੈ, ਉਹ ਅਸੀਂ ਸ੍ਰਿਸ਼ਟੀ ਦੇ ਹਿਸਾਬ ਨਾਲ ਦੇਖਣਾ। ਹੋਰ ਸਾਡਾ ਕੋਈ ਆਪਦਾ ਸਵਾਰਥ ਕਿ ਸਾਨੂੰ ਆਹ ਬੰਦਾ ਚੰਗਾ ਨਹੀਂ ਲੱਗਦਾ, ਸਾਡੇ ਆਹ ਬੰਦਾ ਖਿਲਾਫ ਹੈ ਨਾ। ਸੋ ਇਹ ਇਸ ਤਰ੍ਹਾਂ ਇੱਥੋਂ ਤੈਅ ਹੋਣਾ ਹੈ। ਸੋ ਨੇਸ਼ਨ ਸਟੇਟ ਦਾ ਜਿਹੜਾ ਨਿਯਮ ਹੈ, ਦੋਵੇਂ ਕਾਰਨਾਂ ਕਰਕੇ, ਇੱਕ ਤਾਂ ਉਹ ਡਾਇਵਰਸਿਟੀ ਨੂੰ ਖਤਮ ਕਰਦਾ ਹੈ, ਇੱਕ ਉਹ ਦੁਸ਼ਮਣੀ ਨੂੰ ਜਨਮ ਦਿੰਦਾ ਹੈ। ਜੇ 'ਚੋਂ ਜੰਗਾਂ ਨਿਕਲਦੀਆਂ ਅਤੇ ਵਿਰੋਧ ਨਿਕਲਦੇ ਨੇ, ਅਤੇ ਸਾਰਾ ਜੋ ਸੰਸਾਰ 'ਚ ਚੱਲ ਰਿਹਾ ਇੱਕ ਦੂਜੇ ਦੀ ਖੋਹ ਕਿੰਝ, ਕਿੰਨੀ ਡਿਪਲੋਮੇਸੀ, ਕਿੰਨਾ ਕੁਛ ਮਾਨਵਤਾ ਦਾ ਨਸ਼ਟ ਕੀਤਾ ਜਾ ਰਿਹਾ ਹੈ ਨੈਗੇਟਿਵ ਸਾਰੇ ਕੰਮਾਂ ਦੇ ਵਿੱਚ, ਠੀਕ ਲੇਖੇ ਲੱਗਣ ਦੀ ਬਜਾਏ ਕਿੱਡੀਆਂ ਬਿਊਰੋਕਰੇਸੀ 'ਚ ਡਿਪਲੋਮੇਸੀ ਵਾਸਤੇ, ਹੈ ਨਾ। ਇਹ ਜੋ ਸਾਰਾ ਚੱਲ ਰਿਹਾ ਸਿਲਸਿਲਾ ਹੈ, ਇਹ ਕੋਈ ਮਾਨਵਤਾ ਵਾਸਤੇ ਚੰਗਾ ਨਹੀਂ। ਸੋ ਇਸ ਕਰਕੇ ਅਸੀਂ ਜਿਹੜਾ ਇਹ ਮਾਡਲ ਲਿਆ ਹੈ ਨੇਸ਼ਨ ਸਟੇਟ ਦਾ, ਜਿਹਨੂੰ ਇਹ ਜਿਹੜਾ ਮਾਡਰਨ ਯੁੱਗ ਹੈ ਨਾ ਜੀ, ਉਹਦੀ ਸਭ ਤੋਂ ਵੱਡੀ ਖਤਰਨਾਕ ਗੱਲ ਇਹ ਹੈ ਕਿ ਉਹ ਇੱਕ ਖਾਸ ਕਲਚਰਲ ਟਰਡੀਸ਼ਨ 'ਚੋਂ ਨਿਕਲੀ ਗੱਲ ਨੂੰ ਉਹਨੂੰ ਯੂਨੀਵਰਸਲਾਈਜ਼ ਕਰਦੇ ਹੈ ਕਿ ਯੂਨੀਵਰਸਲ ਹੈ। ਹੁਣ ਨੇਸ਼ਨ ਸਟੇਟ ਦਾ ਇਹਨਾਂ ਦੀ ਕ੍ਰਿਸਚੀਅਨ ਕਲਚਰ 'ਚੋਂ ਨਿਕਲੀ ਹੋਈ ਗੱਲ ਤਾਂ ਹੋ ਸਕਦੀ ਹੈ, ਜਦ ਧਰਮ ਅਤੇ ਰਾਜਨੀਤੀ ਨੂੰ ਅਲੱਗ-ਅਲੱਗ ਕਰਨਾ ਇਹਨਾਂ ਦੀ ਕ੍ਰਿਸਚੀਅਨ ਕਲਚਰ 'ਚੋਂ, ਟਰਡੀਸ਼ਨ 'ਚੋਂ ਨਿਕਲੀ ਗੱਲ ਹੋ ਸਕਦੀ ਹੈ। ਪਰ ਤੁਸੀਂ ਇਹਨੂੰ ਕਹੋਗੇ ਇਹ ਤਾਂ ਯੂਨੀਵਰਸਲ ਹੈ ਜੀ, ਹੁਣ ਬਾਕੀ ਵੀ ਸਾਰੇ ਇਹਨੂੰ ਕਬੂਲ ਕਰਨ, ਇਹ ਨਹੀਂ। ਸੋ ਇਹ ਇੱਕ ਗੜਬੜ ਜਿਹੜੀ ਕਰ ਰਹੀ ਹੈ, ਜਿਹੜੀ ਮਾਡਰਨਿਟੀ ਹੈ, ਉਹਨੇ ਇਹ ਕੀਤਾ ਹੈ ਕਿ ਇੱਕ ਪਾਰਟੀਕੂਲਰ ਟਰਡੀਸ਼ਨ 'ਚੋਂ ਨਿਕਲੀਆਂ ਗੱਲਾਂ ਨੂੰ ਯੂਨੀਵਰਸਲ ਬਣਾਤਾ। ਜਦੋਂ ਸਿੱਖ ਸਿਧਾਂਤਾਂ ਦੀ ਪੜਚੋਲ ਕਰਦੇ ਹਾਂ ਤੇ ਪਤਾ ਲੱਗਦਾ ਹੈ ਕਿ ਅਜੋਕੀ ਡੈਮੋਕ੍ਰੇਸੀ ਦਾ ਮਾਡਲ ਸਿੱਖ ਮਾਡਲ ਨਹੀਂ ਹੈ। ਹੁਣ ਸਵਾਲ ਇੱਥੇ ਇਹ ਹੈ ਕਿ ਜੇ ਇਹ ਵਿਧੀ, ਇਹ ਮਾਡਲ ਸਾਡਾ ਨਹੀਂ ਹੈ ਤਾਂ ਫਿਰ ਸਾਡਾ ਮਾਡਲ ਹੈ ਕੀ? ਹਰ ਇੱਕ ਨੇ ਆਪਦੀ ਟਰਡੀਸ਼ਨ ਮੁਤਾਬਕ ਆਪਦੇ ਸਿਸਟਮ ਇਵਾਲਵ ਕਰਨੇ ਨੇ, ਆਪਦੇ ਇੰਸਟੀਟਿਊਸ਼ਨ ਇਵਾਲਵ ਕਰਨੇ ਨੇ। ਇਹਨਾਂ ਨੇ ਯੂਨੀਫਾਰਮ ਸਾਂਚੇ ਸਿਰ ਦਿੱਤੇ ਕਿ ਇਹੋ ਜਿਹੇ ਸਿਸਟਮ ਹੋਣਗੇ। ਹੁਣ ਜਿਵੇਂ ਡੈਮੋਕ੍ਰੇਸੀ ਹੈ, ਹੁਣ ਡੈਮੋਕ੍ਰੇਸੀ ਦਾ ਇਹਨਾਂ ਨੇ ਇੱਕ ਮਾਡਲ ਸਿਰਜ ਲਿਆ। ਇਜ਼ ਇਟ ਪਰਫੈਕਟ? ਵੀ ਇਸ ਤੋਂ ਅੱਗੇ ਕੁਛ ਵੀ ਨਹੀਂ ਹੋ ਸਕਦਾ ਜਾਂ ਇਸ ਤੋਂ ਵੱਖਰਾ ਕੁਛ ਨਹੀਂ ਹੋ ਸਕਦਾ। ਇਹਨਾਂ ਨੇ ਜਚਾ ਇਹ ਦਿੱਤਾ ਕਿ ਦੈਟ ਇਜ਼ ਦੀ ਐਂਡ ਆਫ ਹਿਸਟਰੀ। ਐਂਡ ਨਹੀਂ ਹੁੰਦਾ ਹੈ। ਇਹ ਇਹਨਾਂ ਦੀ ਟਰਡੀਸ਼ਨ 'ਚੋਂ ਨਿਕਲੀ ਹੋਈ ਡੈਮੋਕ੍ਰੇਸੀ ਹੈ। ਸਾਡੀ ਜੋ ਟਰਡੀਸ਼ਨ ਦੇ ਵਿੱਚ ਡੈਮੋਕ੍ਰੇਸੀ ਹੈ, ਉਹਦਾ ਕਨਸੈਪਟ ਹੋਰ ਹੈ। ਉੱਥੇ ਇਲੈਕਸ਼ਨ ਨਾਲ ਨਹੀਂ ਹੁੰਦਾ, ਕਿਉਂਕਿ ਇਲੈਕਸ਼ਨ ਕੀ ਹੈ? ਜਿੱਥੇ ਸਿਰਫ ਸਰੀਰਾਂ ਦੀ ਗਿਣਤੀ ਹੈ। ਉਹ ਸਰੀਰ ਕੌਣ, ਇਸ ਗੱਲ ਨਾਲ ਕੋਈ ਨਹੀਂ। ਪ੍ਰੋਫੈਸਰ ਪੂਰਨ ਸਿੰਘ ਨੇ ਜਦੋਂ ਇਹ ਸਿੱਖਾਂ ਨੇ ਅਡੋਪਟ ਕਰਨਾ ਸ਼ੁਰੂ ਕੀਤਾ, ਬਿਲਕੁਲ ਸ਼ੁਰੂ 'ਚ ਉਹਨੇ ਬਹੁਤ ਵਾਰਨ ਕਰਤਾ ਸੀ। ਉਹ ਕਹਿੰਦਾ ਵੀ ਜਿਹੜੇ ਬੰਦੇ ਨੂੰ ਆਤਮ ਗਿਆਨ ਨਹੀਂ, ਤੁਸੀਂ ਉਹਨੂੰ ਵੋਟ ਦਾ ਹੱਕ ਦੇ ਦਿਓ, ਉਹ ਕਿੰਨਾ ਕੁ ਭਲਾ ਕਰ ਦੂਗਾ। ਜਿਹਨੂੰ ਗਿਆਨ ਕੋਈ ਨੂੰ ਭੇਡਾਂ ਬੱਕਰੀਆਂ ਨਾ। ਸੋ ਇਟ ਇਜ਼ ਏ ਗੇਮ ਆਫ ਮੈਨੀਪੂਲੇਸ਼ਨ। ਡੈਮੋਕ੍ਰੇਸੀ ਕੀ ਹੈ ਕਿ ਕੌਣ ਵੱਧ ਮੈਨੀਪੂਲੇਟ ਕਰ ਗਿਆ। ਸੋ ਇਹ ਤਾਂ ਮੈਨੀਪੂਲੇਸ਼ਨ ਦੀ ਗੇਮ ਹੈ। ਇਹ ਕੋਈ ਲੋਕਾਂ ਨੂੰ ਐਜੂਕੇਟ ਕਰਨ ਦੀ ਜਾਂ ਉਸ ਤਰ੍ਹਾਂ ਥੋੜ੍ਹਾ ਹੈ। ਸੋ ਇਹਨਾਂ ਨੇ ਪਰ ਇਹਨੂੰ ਪਰਫੈਕਟ ਬਣਾਤਾ ਵੀ ਇਹ ਹੀ ਆ ਬਸ ਸਾਰੀ ਜਗ੍ਹਾ 'ਤੇ। ਇਹ ਜਿਹੜਾ ਰਾਜ ਇਹਨਾਂ ਵਾਲੀ ਡੈਮੋਕ੍ਰੇਸੀ ਨਹੀਂ, ਉਹ ਰਾਜ ਆਬਸਕਿਊਰਟਿਸਟ ਹੈ।
ਉਹ ਉੱਥੇ 100 ਠੱਪੇ ਲਾ ਦੇਣਗੇ। ਸੋ ਸਾਡਾ ਜਿਹੜਾ ਕਨਸੈਪਟ ਇਹ ਹੈ ਉਹ ਕਿ ਕੋਈ ਇੱਕੋ ਮਾਡਲ ਸਾਰੀ ਦੁਨੀਆ ਨੂੰ ਤੁਸੀਂ ਕਹੋ ਨਾ ਬਸ ਆਹੀ ਲਾਗੂ ਹੋਊ, ਉਦੋਂ ਖੂਬਸੂਰਤ ਮਾਡਲ ਕੋਈ ਆਪਦੀਆਂ ਟ੍ਰੈਡੀਸ਼ਨਾਂ 'ਚੋਂ ਲੋਕ ਸਿਰ ਸਕਦੇ ਨੇ। ਦੂਜੀ ਗੱਲ ਜਿਹੜੀ ਨੇਸ਼ਨ ਹੈ, ਸਾਡਾ ਕਨਸੈਪਟ ਸੰਗਤ ਦਾ ਹੈ। ਸੰਗਤ ਇਜ਼ ਮਚ ਮੋਰ ਸੁਪੀਰੀਅਰ ਐਂਡ ਡਿਫਰੈਂਟ ਦੈਨ ਨੇਸ਼ਨ। ਸੰਗਤ ਕੌਣ? ਜਿਹੜੇ ਆਤਮਿਕ ਤੌਰ ਤੇ ਜਾਗਰਤ ਹੋਏ ਲੋਕ, ਕੁਆਲਿਟੇਟਿਵਲੀ ਹਾਇਰ ਫਾਰਮ। ਨੇਸ਼ਨ ਤਾਂ ਜਸਟ ਨੰਬਰ ਆਫ ਪਰਸਨਸ। ਉਹ 'ਚ ਇੱਕ ਐਲੀਟ ਹੈ ਜਿਹੜਾ ਮੈਨੀਪੂਲੇਟ ਕਰਦਾ ਹੈ, ਦੂਜਿਆਂ ਨੂੰ ਆਪਦੇ ਪਿੱਛੇ ਲਾਉਂਦਾ ਹੈ, ਉਹ ਸਾਰਾ ਕੁਛ ਹੈ। ਸੰਗਤ 'ਚ ਮੈਨੀਪੂਲੇਸ਼ਨ ਨਹੀਂ ਹੋ ਸਕਦੀ। ਹਰ ਬੰਦਾ ਸਮਰੱਥ ਹੈ ਪੂਰਾ, ਬਣਾਇਆ ਹੀ ਇਸ ਤਰ੍ਹਾਂ ਜਾਂਦਾ ਹੈ। ਉੱਥੇ ਤਾਂ ਗੁਰੂ ਨੇ ਵੀ ਸੰਗਤ ਨੂੰ 21 ਵਿਸਵੇ ਦਾ ਕਿਹਾ, ਤੇ ਗੁਰੂ ਤੋਂ ਵੀ ਉੱਤੇ ਹੈ। ਤੇ ਇਹ ਕੋਈ ਫਾਰਮਲੀ ਥੋੜ੍ਹਾ ਵੀ ਨਹੀਂ ਕਹਿਤਾ। ਇਹਦਾ ਮਤਲਬ ਉਹਨਾਂ ਨੂੰ ਉਸ ਲੈਵਲ 'ਤੇ ਲਿਆਂਦਾ, ਆਤਮਿਕ ਤੌਰ 'ਤੇ ਇੰਨੇ ਜਾਗਰਤ ਕਰਤਾ। ਸੋ ਨੇਸ਼ਨ ਸਾਡੀ ਸੰਗਤ ਦੇ ਕਨਸੈਪਟ ਨੂੰ ਟੋਟਲੀ ਕਰਪਟ ਕਰਦੀ ਹੈ ਅਤੇ ਸਪਰੈਸ ਕਰਦੀ, ਅਤੇ ਉਹ ਕਰਤਾ। ਅੱਜ ਜਿਸ ਤਰ੍ਹਾਂ ਇਲੈਕਸ਼ਨਾਂ ਹੁੰਦੀਆਂ ਨੇ ਉਹ ਸਭ ਦੇ ਸਾਹਮਣੇ। ਸੋ ਸੰਗਤ ਦੇ ਵਿੱਚ ਸੰਗਤੀ ਰੂਪ 'ਚ ਬੈਠ ਕੇ ਆਪਦੇ ਆਗੂ ਚੁਣੇ ਜਾਂਦੇ ਸੀਗੇ, ਅਤੇ ਉਹ ਕੋਈ ਮਾੜੀ ਵਿਧੀ ਨਹੀਂ ਸੀ। ਸਿਆਣਾ ਉਹ ਨਹੀਂ ਜਿਹਦੇ ਕੋਲੇ ਵੱਧ ਬੰਦੇ ਨੇ, ਜਿਹਦੇ ਪਿੱਛੇ ਵੱਧ ਬੰਦੇ ਹੱਥ ਖੜਾ ਕਰਦੇ ਹਨ। ਇਹ ਸਾਡੇ ਤਾਂ ਕਿਤੇ ਵੀ ਨਹੀਂ ਸੀ ਕਿ ਉਹ ਸਿਆਣਾ ਬੰਦਾ ਹੈ। ਸਿਆਣਾ ਗੁਣਾਂ ਦੇ ਆਧਾਰ 'ਤੇ ਹੁੰਦਾ ਸੀ ਕਿ ਬੰਦੇ 'ਚ ਸਦਾਚਾਰਕ ਗੁਣ ਕਿੰਨੇ ਕੁ ਹੈ। ਹੁਣ ਜਦੋਂ ਨਵਾਬੀ ਦੀ ਪੇਸ਼ਕਸ਼ ਆਈ ਸੀ ਤੇ ਉਹ ਨਵਾਬ ਕਪੂਰ ਸਿੰਘ ਵੱਲ ਉਂਗਲ ਐਵੇਂ ਥੋੜ੍ਹਾ ਜਿਹਾ ਉਠਾਤੀ ਲੋਕਾਂ ਨੇ ਵੀ ਇਹਨਾਂ ਨੂੰ ਬਣਾਓ। ਇਟ ਮੀਨਸ ਲੋਕਾਂ ਦੇ ਮਨਾਂ 'ਚ ਨਵਾਬ ਕਪੂਰ ਸਿੰਘ ਬਾਰੇ ਨਕਸ਼ਾ ਬਣ ਚੁੱਕਿਆ ਸੀ। ਕੀ ਬਣ ਚੁੱਕਿਆ ਸੀ? ਕਿ ਸਭ ਤੋਂ ਗੁਣਵਾਨ ਬੰਦਾ ਇਹ, ਉਹਦੇ ਗੁਣ ਦੇਖੇ ਨਾ, ਉਹ 'ਚ ਸੇਵਾ ਦਾ ਜਜ਼ਬਾ ਅਤੇ ਹੋਰ ਸਾਰਾ ਕੁਛ। ਸੋ ਇਸ ਕਰਕੇ ਉਹ ਇੱਕ ਢੰਗ ਸੀਗਾ ਜਿੱਥੇ ਸਦਾਚਾਰਕ ਗੁਣਾਂ ਨੂੰ ਪ੍ਰਮੁੱਖ ਰੱਖਿਆ ਜਾਂਦਾ ਸੀ, ਨਾ ਕਿ ਸਰੀਰਾਂ ਦੀ ਗਿਣਤੀ। ਸੋ ਇਹਨਾਂ ਨੇ ਸਾਰੇ ਜਿਹੜੇ ਰੱਬ ਦੇ ਮਾਡਲ ਲਿਆਂਦੇ, ਸਾਡੇ 'ਤੇ ਇੰਪੋਜ਼ ਕੀਤੇ। ਸਾਡੀਆਂ ਸਾਰੀਆਂ ਪਵਿੱਤਰ ਸੰਸਥਾਵਾਂ ਨੂੰ ਉਹਨਾਂ ਦੇ ਪੱਗ ਜਾਕੜ 'ਚ ਲੈ ਕੇ ਉਹਨਾਂ ਦੀ ਜਿਹੜੀ ਸੀਗੀ ਆਪਾਂ ਕਹਿ ਲਿਆ ਆਤਮਾ ਖਤਮ ਕਰਤੀ, ਇਹਨਾਂ ਨੇ ਕਤਲ ਕਰ। ਰਾਸ਼ਟਰਵਾਦ ਦੀ ਧਾਰਨਾ ਨੇ ਪੂਰੀ ਦੁਨੀਆ ਦੇ ਵਿੱਚ ਘੱਟ ਗਿਣਤੀਆਂ ਦਾ ਬਹੁਤ ਉਜਾੜਾ ਕੀਤਾ ਹੈ। ਇੱਕ ਧਿਰ ਨੂੰ ਰਾਸ਼ਟਰਵਾਦ ਦਾ ਵਾਸਤਾ ਪਾ ਕੇ ਦੂਜੀ ਧਿਰ ਦੇ ਖਿਲਾਫ ਵਰਤਿਆ ਜਾਂਦਾ ਹੈ। ਭਾਰਤ ਵਿੱਚ ਰਾਸ਼ਟਰਵਾਦ ਦੇ ਨਾਮ 'ਤੇ ਹੁਣ ਤੱਕ ਅਨੇਕਾਂ ਹੀ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਉਹ ਨੇਸ਼ਨ ਨੂੰ ਸੈਂਟਰ 'ਚ ਰੱਖ ਕੇ ਇੱਕ ਸੈਂਟੀਮੈਂਟ ਲੋਕਾਂ ਦੇ ਵਿੱਚ ਭਰਿਆ ਜਾਂਦਾ ਹੈ ਕਿ ਵੀ ਆਰ ਏ ਨੇਸ਼ਨ, ਅਤੇ ਇਹ ਇੱਕ ਸਾਡਾ ਸਭ ਤੋਂ ਉੱਤਮ ਚੀਜ਼ ਹੈ, ਅਤੇ ਸਭ ਕੁਛ ਬੰਦੇ ਦਾ ਉਹਦੇ ਆਲੇ ਦੁਆਲੇ ਚੱਲਦਾ ਫਿਰ। ਸੋ ਇਹ ਸਾਡੇ 'ਚ ਇਹਦੀ ਕੋਈ ਜਗ੍ਹਾ ਨਹੀਂ, ਸਾਡੇ ਸਿਧਾਂਤ ਦੇ ਵਿੱਚ ਨੈਸ਼ਨਲਿਜ਼ਮ ਦੀ, ਕਿਉਂਕਿ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦੇ ਉਲਟ ਜਾਂਦੀ ਹੈ। ਇਟ ਇਜ਼ ਏ ਸੈਕਸ਼ਨ ਆਫ ਪੀਪਲ। ਸਾਰੀ ਮਾਨਵਤਾ ਇਹਦੇ ਵਿੱਚ ਨਹੀਂ ਨਾ ਆਉਂਦੀ। ਸੋ ਜਦੋਂ ਤੁਸੀਂ ਉਹਨੂੰ ਸੁਪਰੀਮ ਮੰਨ ਲਿਆ, ਫਿਰ ਉਹਦੀ ਕਿਸੇ ਨਾਲ ਦੁਸ਼ਮਣੀ ਹੈ ਅਤੇ ਫਿਰ ਤੁਹਾਡੀ ਵੀ ਉਹਦੇ ਨਾਲ। ਸੋ ਉਹ ਤਾਂ ਫਿਰ ਦੁਸ਼ਮਣੀ ਦੀਆਂ ਨੀਹਾਂ ਟੇਕ ਗਈਆਂ। ਸੋ ਸਰਬੱਤ ਦੇ ਭਲੇ ਦੀ ਗੱਲ ਉਹਦੇ ਵਿੱਚੋਂ ਨਹੀਂ ਨਿਕਲ ਸਕਦੀ। ਫਿਰ ਸਾਨੂੰ ਕਦੇ ਪਾਕਿਸਤਾਨ ਦੁਸ਼ਮਣ ਲੱਗੂ, ਕਦੇ ਚੀਨ ਲੱਗੂ, ਕਦੇ ਅਫਗਾਨਿਸਤਾਨ ਲੱਗੂਗਾ, ਅਤੇ ਉਹ ਸਾਡੇ ਸਰਬੱਤ ਦੇ ਭਲੇ ਦੀ ਗੱਲ ਤਾਂ ਹੋ ਹੀ ਨਹੀਂ ਸਕਦੀ। ਸੋ ਇਹ ਤਾਂ ਜੋ ਚੱਲ ਰਿਹਾ ਹੈ ਅੱਜ ਦੁਨੀਆ ਦਾ ਦੁਨਿਆਵੀ ਅਮਲ, ਉਹਦੇ ਵਿੱਚ ਤਾਂ ਇਹ ਠੀਕ ਹੈ ਕਿ ਜਿਹੜੇ ਵਰਗਾਂ ਦੇ ਆਪਦੇ ਸਵਾਰਥੀ ਹਿੱਤ ਨੇ ਉਹ ਨੇਸ਼ਨ ਦਾ ਸੰਕਲਪ ਦਿੰਦੇ ਨੇ ਅਤੇ ਨੈਸ਼ਨਲਿਜ਼ਮ ਦਾ ਜਜ਼ਬਾ ਭੜਕਾਉਂਦੇ ਨੇ। ਉਹਦੇ ਆਧਾਰ 'ਤੇ ਲੋਕਾਂ ਨੂੰ ਆਪਦੇ ਪਿੱਛੇ ਲਾਉਂਦੇ ਨੇ ਅਤੇ ਇੰਟਰਸਟ ਉਹਨਾਂ ਦੇ ਆਪਦੇ ਹੁੰਦੇ। ਉਹਦੇ ਰਾਹੀਂ ਉਹ ਦੋ ਗੱਲਾਂ ਕਰਨੀਆਂ ਚਾਹੁੰਦੇ ਹੁੰਦੇ ਨੇ। ਇੱਕ ਤਾਂ ਆਪਦੇ ਰਾਜ ਨੂੰ ਪੱਕਾ ਕਰਨਾ ਚਾਹੁੰਦੇ ਹੁੰਦੇ ਨੇ, ਅਤੇ ਉਸ ਨੂੰ ਬਾਕੀ ਉਹਨਾਂ ਦੇ ਪਿੱਛੇ ਹੁੰਦੇ ਆਰਥਿਕ ਹਿੱਤ ਵੀ ਹੁੰਦੇ ਹੈ। ਆਪਦਾ ਸਫੀਅਰ ਆਫ ਇਨਫਲੂਐਂਸ, ਆਪਦੀ ਤਾਕਤ ਦੇ ਆਸਰੇ ਉਹ ਆਪਦੇ ਆਪ ਨੂੰ ਉਹ ਕਰਨ। ਸੋ ਨੈਸ਼ਨਲਿਜ਼ਮ ਜਿੰਨੀਆਂ ਵੀ ਤੁਸੀਂ ਦੇਖੋ ਦੁਨੀਆ ਦੇ ਵਿੱਚ ਨੇਸ਼ਨ ਜਿਹੜੀਆਂ, ਇਹ ਹੈ ਨਾ ਕਿ ਸਾਡਾ ਛਤਰ ਝੂਲੇ ਦੁਨੀਆ 'ਤੇ, ਅਸੀਂ ਬਿਗ ਵਰਲਡ ਪਾਵਰ ਬਣੀਏ। ਹੁਣ ਇਹ ਇੱਛਾ ਕੀ ਹੈ ਭਲਾ ਵੀ ਬੰਦਾ ਇਹ ਮੈਂ ਐਡਾ ਵੱਡਾ ਹੋਵਾਂ, ਜਿਹਦਾ ਮਤਲਬ ਤੁਸੀਂ ਦੂਜਿਆਂ ਨੂੰ ਡਰਾਉਣਾ ਅਤੇ ਦੂਜਿਆਂ ਨੂੰ ਨੀਵਾਂ ਰੱਖਣਾ ਚਾਹੁੰਦੇ ਹੋ। ਇਹ ਵਿਕਾਰ ਹੈ ਇੱਕ।
ਬੰਦਾ ਆਪਦੇ ਆਪ ਨੂੰ ਐਡਾ ਵੱਡਾ ਬਣਾ ਕੇ ਪੇਸ਼ ਕਰੇ, ਜਾਂ ਉਹਦੇ 'ਚ ਇਹ ਹੋਵੇ ਕਿ ਮੈਂ ਦੂਜਿਆਂ ਨੂੰ ਥੱਲੇ ਰੱਖ ਕੇ ਬਹੁਤ ਉੱਪਰ ਉੱਠੇ ਤੇ ਰਹਿ ਜਾਵਾਂ, ਇਹ ਕੋਈ ਚੰਗੀ ਭਾਵਨਾ ਤਾਂ ਹੈ। ਸੋ ਇਹ ਤਾਂ ਜਿਹੜੇ ਮਨੋਵਿਕਾਰ ਨੇ ਸਾਡੇ, ਉਹਨਾਂ 'ਚੋਂ ਨਿਕਲੀ ਹੀ ਗੱਲ ਹੈ, ਸਵਾਰਥ 'ਚੋਂ ਨਿਕਲੀ ਹੈ, ਹਉਮੈ 'ਚੋਂ ਨਿਕਲੀ ਹੈ, ਅਤੇ ਇਸ ਨੇ ਦੁਨੀਆ ਦਾ ਉਜਾੜਾ ਬੜਾ ਕਰਦੀ ਹੈ। ਕਿਉਂਕਿ ਦੁਸ਼ਮਣੀ ਨਿਕਲਦੀ ਹੈ, ਉਹ 'ਚੋਂ ਜੰਗਾਂ ਨਿਕਲਦੀਆਂ ਹਨ, ਫਿਰ ਝੂਠ ਨਿਕਲਦਾ ਕਿਉਂਕਿ ਪ੍ਰਾਪੇਗੰਡਾ ਕਰਨਾ। ਸੋ ਇਹਦੇ ਜਦੋਂ ਇੱਕ ਨਹੀਂ ਕਿੰਨੀਆਂ ਗੱਲਾਂ ਫਿਰ ਇਹ ਨਿਕਲਦੀਆਂ, ਮੈਂ ਤੁਸੀਂ ਸੱਚ ਬੋਲਣਾ ਨਹੀਂ। ਹਾਂ, ਇਹ ਆਪਾਂ ਤਾਂ ਭੋਗਿਆ 84 ਦੇ ਵਿੱਚ, ਕਿ ਉਹ ਨੈਸ਼ਨਲਿਜ਼ਮ ਦਾ ਇੱਕ ਜਜ਼ਬਾ ਭੜਕਾਉਣ ਵਾਸਤੇ ਉਹ ਇੱਕ ਫਿਰ ਦੁਸ਼ਮਣ ਦਿਖਾਉਣਾ ਬਹੁਤ ਜ਼ਰੂਰੀ ਹੈ, ਭਾਵੇਂ ਇੰਟਰਨਲ ਹੈ ਭਾਵੇਂ ਐਕਸਟਰਨਲ। ਇੰਟਰਨਲ ਦੁਸ਼ਮਣ ਦਿਖਾਤਾ, ਉਹਨੂੰ ਫਿਰ ਐਕਸਟਰਨਲ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਤਾਂ ਕਿ ਲੋਕਾਂ ਨੂੰ ਹੋਰ ਭੜਕਾਇਆ ਜਾ ਸਕੇ। ਉਹ 'ਚ ਫਿਰ ਖੰਭਾਂ ਦੀਆਂ ਡਾਰਾਂ ਬਣਾਉਣੀਆਂ, ਬਿਨਾਂ ਕਿਸੇ ਆਧਾਰ ਤੋਂ ਗੱਲਾਂ ਜੋੜਨੀਆਂ, ਉਹ ਅੱਜ ਵੀ ਚੱਲ ਰਿਹਾ ਹੈ। ਜੂਨ 1984 ਤੋਂ ਬਾਅਦ ਮੀਡੀਆ ਨੂੰ ਇੱਕ ਸਰਕਾਰੀ ਹਥਿਆਰ ਵਜੋਂ ਵਰਤਿਆ ਗਿਆ। ਜ਼ਿਆਦਾਤਰ ਵੱਡੇ ਮੀਡੀਆ ਉੱਤੇ ਉੱਚ ਘਰਾਣਿਆਂ ਦਾ ਕਬਜ਼ਾ ਸੀ, ਜੋ ਕਿ ਸਰਕਾਰਾਂ ਦੇ ਵਧੇਰੇ ਨਜ਼ਦੀਕੀ ਹੋਣ ਕਰਕੇ ਉਹਨਾਂ ਦਾ ਹੀ ਪੱਖ ਪੂਰਦੇ ਸਨ। ਜੋ ਵੱਡੇ ਖੁਲਾਸੇ ਹੁਣ ਸਾਹਮਣੇ ਆ ਰਹੇ ਹਨ, ਉਹਨਾਂ ਤੋਂ ਪਤਾ ਲੱਗਦਾ ਹੈ ਕਿ ਮੀਡੀਆ ਵੱਲੋਂ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਕੋਈ ਕਸਰ ਨਹੀਂ ਛੱਡੀ ਗਈ। ਪੰਜਾਬ ਵਿੱਚ ਛਪਦੇ ਕੁਝ ਅਖਬਾਰਾਂ ਦੇ ਵਿੱਚ ਤੇ ਸਿੱਖ ਗੁਰੂ ਸਾਹਿਬਾਨ ਬਾਰੇ ਤੇ ਸਿੱਖ ਸਿਧਾਂਤਾਂ ਬਾਰੇ ਗਲਤ ਟਿੱਪਣੀਆਂ ਵੀ ਛਪਦੀਆਂ ਰਹੀਆਂ। ਇਸ ਦੇ ਨਾਲ ਸਿੱਖਾਂ ਦੀ ਹਰ ਮੰਗ ਨੂੰ ਫਿਰਕੂ ਕਰਾਰ ਦਿੱਤਾ ਗਿਆ, ਜਿਸ ਦੇ ਨਾਲ ਸਿੱਖਾਂ ਦਾ ਅਕਸ ਨੈਸ਼ਨਲ ਲੈਵਲ ਤੇ ਖਰਾਬ ਕੀਤਾ ਗਿਆ। ਉਹ ਤਾਂ ਹੁਣ ਤਾਂ ਜੀ ਖੈਰ ਕਾਫੀ ਕੁਛ ਉਹਦੇ ਬਾਰੇ ਆ ਗਿਆ। ਜਿਹੜੀ ਜਸਪਾਲ ਸਿੰਘ ਸਿੱਧੂ ਸੀਗੇ UNI ਦੇ ਪੱਤਰਕਾਰ, ਉਹਨਾਂ ਨੇ ਕਿਤਾਬ ਹੀ ਲਿਖੀ ਹੈ ਮੇਰੇ ਖਿਆਲ ਜੂਨ 84 ਦੀ ਪੱਤਰਕਾਰੀ, ਹੈ ਨਾ ਜੀ। ਅਤੇ ਉਦੋਂ ਉਹਨਾਂ ਨੇ ਆਪਦੇ ਬੜੇ ਠੋਸ ਅਮਲ ਨਾਲ ਜੋੜ ਕੇ ਗੱਲਾਂ ਦੱਸੀਆਂ ਕਿ ਕਿਵੇਂ ਹਦਾਇਤਾਂ ਕੀ ਹੁੰਦੀਆਂ ਸੀ ਕਿ ਖਬਰ ਨੂੰ ਆਹ ਟਿੰਜ ਦੇਣੀ ਹੈ। ਸਮਝ ਲਓ ਇਹ ਵੀ ਜਿਹੜੇ ਬੰਦੇ ਲੜ ਰਹੇ ਨੇ, ਤੁਸੀਂ ਉਹਨਾਂ ਬਾਰੇ ਟਰਮ ਕਿਹੜੀ ਵਰਤਣੀ ਹੈ। ਮਤਲਬ ਇਹ ਕਿਵੇਂ ਹਦਾਇਤਾਂ ਦਿੱਤੀਆਂ ਗਈਆਂ ਵੀ ਇਹਨਾਂ ਨੂੰ ਤੁਸੀਂ ਟੈਰਰਿਸਟ ਕਹਿਣਾ ਹੈ। ਕੋਈ ਨਾਂ ਦੇਣਾ ਹੁੰਦਾ ਨਾ ਕਿਸੇ ਨੂੰ, ਗਿਵ ਦੀ ਡੌਗ ਏ ਬੈਡ ਨੇਮ ਐਂਡ ਕਿਲ ਹਿਮ। ਸੋ ਉਹ ਨਾਂ ਦਿਓ ਪਹਿਲਾਂ ਉਹਨਾਂ ਨੂੰ, ਤਾਂ ਕਿ ਲੋਕਾਂ ਦੀਆਂ ਨਜ਼ਰਾਂ 'ਚ ਉਹ ਦੋਸ਼ੀ ਬਣ ਜਾਣ। ਭੈੜੀ ਚੀਜ਼, ਫਿਰ ਭੈੜੀ ਚੀਜ਼ ਨੂੰ ਮਾਰਨਾ ਤਾਂ ਉਹਦੇ ਨਾਲ ਐਕਸੈਪਟੇਬਲ ਹੋ ਜਾਂਦਾ ਦੂਜੇ ਲੋਕਾਂ ਨੂੰ। ਸੋ ਮੀਡੀਆ ਨੇ ਇਹ ਗੱਲਾਂ ਕੀਤੀਆਂ। ਮੀਡੀਆ ਦਾ ਸਪੋਰਟਿਵ ਰੋਲ ਹੁੰਦਾ, ਸਪੋਰਟ ਕਰਦਾ, ਉਹਦੀ ਮਦਦ ਕਰਦਾ ਕਿਸੇ ਗੱਲ ਲਈ। ਜਿਸ ਕਿਸਮ ਦਾ ਵੀ ਇਹ ਤੁਸੀਂ ਕਦੇ OP ਸੁਣਿਆ ਹੋਵੇ ਆਰਮੀ ਦੇ ਵਿੱਚ, ਉਹ ਅੱਗੇ ਜਾ ਕੇ ਡਾਇਰੈਕਸ਼ਨ ਦਿੰਦਾ, ਮੈਸੇਜ ਦਿੰਦਾ ਵੀ ਤੁਸੀਂ ਇਸ ਥਾਂ ਉੱਤੇ ਬੰਬਾਰੀ ਕਰੋ, ਇਸ ਥਾਂ 'ਤੇ ਗੋਲੀ ਚਲਾਓ, ਆਹ ਵੀਕ ਹੈ, ਇੱਕ ਅੱਗੇ ਡਾਇਰੈਕਸ਼ਨ ਦੇਣ ਵਾਲਾ ਹੁੰਦਾ। ਇਹ ਮੀਡੀਆ ਦਾ ਕੰਮ ਉਹੀ ਸੀ ਸਾਰਾ। ਇਹ ਜਿਹੜਾ ਪੋਲੀਟਿਕਸ ਇੱਕ ਗਰਾਊਂਡ ਤਿਆਰ ਕਰਦੀ ਹੈ ਜੀ, ਉਹਦਾ ਉਹ ਪੋਲੀਟਿਕਸ ਲਈ ਗਰਾਊਂਡ ਤਿਆਰ ਕਰਦਾ ਹੈ। ਇਸ ਕਰਕੇ ਬਹੁਤ ਮਾੜਾ ਰੋਲ ਹੈ। ਸਿੱਖਾਂ ਦਾ ਜਿਹੜਾ ਇੱਕ ਇਮੇਜ ਸੀ, ਇਕੱਲੀ ਲੜ ਰਹੀ ਧਿਰਦਾ ਨਹੀਂ, ਉਹ ਓਵਰਆਲ ਸਿੱਖ ਕਮਿਊਨਿਟੀ ਦਾ ਉਹ ਇਮੇਜ, ਮਤਲਬ ਆਮ ਲੋਕਾਂ ਦੇ ਵਿੱਚ ਜਿਹੜਾ ਮੀਡੀਆ ਨੇ ਬਣਾਇਆ, ਉਹ ਇਹ ਹੈ ਵੀ ਜਿਵੇਂ ਇਹ ਬਹੁਤ ਕੋਈ ਖਤਰਨਾਕ ਅਤੇ ਘਟੀਆ ਚੀਜ਼ ਹੈ, ਜਿਹ ਤੋਂ ਦੇਸ਼ ਨੂੰ ਬਹੁਤ ਖਤਰਾ ਹੈ। ਉਸੇ ਕਰਕੇ ਫਿਰ ਉਹ ਜੂਨ ਜਿਹੜਾ ਸੀਗਾ ਨਵੰਬਰ 84 ਦੇ ਵਿੱਚ ਜਿਹੜਾ ਕਤਲੇਆਮ ਹੋਇਆ, ਉਹ ਨਫ਼ਰਤ ਜੇ ਪਹਿਲਾਂ ਪੈਦਾ ਨਾ ਕੀਤੀ ਹੁੰਦੀ, ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦਾ ਜਿਹੜੇ ਸੈਕਸ਼ਨ ਨੂੰ ਤੁਸੀਂ ਟਾਰਗੇਟ ਕਰਨਾ ਹੈ ਉਹਦੇ ਖਿਲਾਫ ਇੱਕ ਨਫ਼ਰਤ ਪੈਦਾ ਕਰੋ ਪਹਿਲਾਂ। ਹਿਟਲਰ ਨੇ ਵੀ ਐਵੇਂ ਕੀਤਾ ਸੀ ਐਵਰੀਵੇਅਰ। ਰਵਾਂਡਾ ਦੇ ਵਿੱਚ ਜਿਹੜੇ ਟੁਟਸੀ ਤੇ ਉਹਨਾਂ ਦਾ ਹੋਇਆ, ਉਹਨਾਂ 'ਚ ਵੀ ਇਸ ਤਰ੍ਹਾਂ ਹੋਇਆ, ਕਿਤੇ ਵੀ ਹੋਵੇ। ਸੋ ਨਫ਼ਰਤ ਤੋਂ ਬਗੈਰ ਲੋਕ ਕਤਲੇਆਮ ਲਈ ਤਿਆਰ ਨਹੀਂ ਹੋਣਗੇ। ਉਹ ਨਫ਼ਰਤ ਪੈਦਾ ਕਰਨ ਦਾ ਜਿਹੜਾ ਕੰਮ ਹੈ ਉਹ ਮੀਡੀਆ ਕਰਦਾ ਹੈ। ਉਦੋਂ ਬਣਾਉਣੀ ਪੋਸੀਬਲ, ਸਾਰੇ ਲੋਕਾਂ ਤੱਕ ਉਹ ਗੱਲ ਲੈ ਕੇ ਜਾਣ। ਸੋ ਹੁਣ ਤਾਂ ਬੜੇ ਠੋਸ ਸਟੱਡੀਜ਼ ਆ ਚੁੱਕੀਆਂ ਹਨ ਉਹ ਕਿਵੇਂ ਕੀਤਾ। ਸੋ ਮੈਂ ਦੇਖਿਆ ਉੱਥੇ ਆਪਣੇ ਪੰਜਾਬ ਦੇ ਵਿੱਚ ਜਦੋਂ ਲਹਿਰ ਚੱਲ ਰਹੀ ਸੀ ਕਿ ਜੋ ਸਰਕਾਰੀ ਪ੍ਰੈਸ ਨੋਟ ਆਉਂਦੇ ਸੀ, ਬਸ ਉਹੀ ਪ੍ਰੈਸ ਨੋਟ ਹੀ ਖਬਰ ਹੁੰਦਾ। ਹਾਲਾਂਕਿ ਸਰਕਾਰੀ ਪ੍ਰੈਸ ਨੋਟ ਖਬਰ ਨਹੀਂ ਹੁੰਦਾ। ਪੱਤਰਕਾਰ ਨੇ ਆਪਦੇ ਵਿਵੇਕ ਨਾਲ ਦੇਖਣਾ ਹੁੰਦਾ ਕਿ ਗੱਲ ਕੀ ਹੈ ਐਕਚੁਅਲੀ। ਹੁਣ ਤਾਂ ਲੋਕਾਂ ਕੋਲ ਸੱਚ ਲੈ ਕੇ ਜਾਵੇ ਨਾ, ਇਹ ਨਹੀਂ ਕਿ ਜੋ ਸਰਕਾਰ ਨੇ ਕਹਿਤਾ ਉਹ
ਭੁਗਤਾਈ ਚੱਲੋ ਭੁਗਤਾਈ ਚੱਲੋ ਭੁਗਤਾਈ ਚੱਲੋ। ਹੁਣ ਕਿਹਨੂੰ ਨਹੀਂ ਸੀ ਪਤਾ ਵੀ ਝੂਠੇ ਪੁਲਿਸ ਮੁਕਾਬਲੇ ਆ, ਤੇ ਤੁਸੀਂ ਉਹੀ ਕਹਾਣੀ ਲਾ ਦੇਣੀ। ਤੇ ਅੱਜ ਵੀ ਐਵੇਂ ਚੱਲ ਰਿਹਾ ਜੀ, ਕਸ਼ਮੀਰ ਬਾਰੇ ਵੀ, ਹੋਰ ਸਾਰੇ ਥਾਵਾਂ ਬਾਰੇ। ਉਹ ਜੋ ਸਰਕਾਰ ਦਾ ਨਜ਼ਰੀਆ, ਉਸ ਨਜ਼ਰੀਏ ਤੋਂ ਹੀ ਦੂਜੇ ਲੋਕਾਂ ਨੂੰ ਪੇਸ਼ ਕੀਤਾ ਜਾਂਦਾ। ਆਪਾਂ ਮੀਡੀਆ ਦੇ ਵੱਡੇ ਹਿੱਸੇ ਦੇ ਉੱਤੇ ਅਗਰ ਆਉਂਦੇ ਹਾਂ ਤਾਂ ਉਹਦੇ ਵਿੱਚ ਵੀ ਸਾਡੇ ਗੁਰੂ ਪਾਤਸ਼ਾਹ ਦੀ ਜਿਹੜਾ ਕੱਦ ਆ ਉਹਨੂੰ ਬਿਲਕੁਲ ਬੌਣਾ ਕਰਕੇ ਔਰ ਇੱਕ ਰਾਸ਼ਟਰਵਾਦੀ ਲੈਵਲ ਤੱਕ ਲਿਆਉਣ ਦੀ ਜਿਹੜੀ ਕੋਝੀ ਸਾਜ਼ਿਸ਼ ਆ ਉਹ ਕੀਤੀ ਗਈ। ਉਹਦਾ ਸਾਡੇ ਕੋਲ ਇੱਕ ਐਗਜ਼ਾਮਪਲ ਆ। ਸਭ ਤੋਂ ਪਹਿਲਾਂ ਤਾਂ ਇੱਕ ਫਿਲਮ 1.25 ਲੱਖ ਸੇ ਏਕ ਲੜਾਊਂ, ਉਹਦੇ ਵਿੱਚ ਬਾਰ-ਬਾਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਿੱਖ ਪਹਿਲਾਂ ਵੀ ਹਿੰਦੂ ਸੀ, ਸਿੱਖ ਹੁਣ ਵੀ ਹਿੰਦੂ ਹੈ, ਸਿੱਖ ਅੱਗੇ ਵੀ ਹਿੰਦੂ ਰਹਿਣਗੇ। ਖਾਲਸਾ ਦਾ ਜਿਹੜਾ ਜਨਮ ਹੈ ਉਹ ਸਿਰਫ ਹਿੰਦੂ ਸੰਸਥਾ ਜਿਹੜੀ ਆ ਹਿੰਦੂ ਧਰਮ ਦੀ ਰਕਸ਼ਾ ਵਾਸਤੇ ਹੋਇਆ ਸੀਗਾ। ਸਿਰਫ ਇਸ ਗੱਲ ਨੂੰ ਮਨਾ ਕਰਨਾ ਕਿ ਹਿੰਦੂ ਧਰਮ ਦੀ ਰਕਸ਼ਾ ਕੀਤੀ ਹੈ ਖਾਲਸੇ ਨੇ, ਇਹ ਵੀ ਗਲਤ ਹੋਊਗਾ, ਕਿਉਂਕਿ ਹਿੰਦੂ ਧਰਮ ਦੀ ਰਕਸ਼ਾ ਕੀਤੀ ਆ ਖਾਲਸੇ ਨੇ, ਪਰ ਉਹਦਾ ਜਨਮ ਕੇਵਲ ਉਹਨਾਂ ਦੀ ਰਕਸ਼ਾ ਵਾਸਤੇ ਹੋਇਆ ਸੀ, ਇਹ ਥੋੜ੍ਹੀ ਗਲਤ ਗੱਲ ਆ। ਕਿਉਂਕਿ ਜਿਹੜਾ ਖਾਲਸਾ ਹੈ ਉਹ ਕਿਸੇ ਵੀ ਜਗ੍ਹਾ ਦੇ ਉੱਤੇ, ਭਾਵੇਂ ਉਹ ਕੋਈ ਹਿੰਦੂ ਹੋਵੇ, ਕੋਈ ਮੁਸਲਮਾਨ, ਕੋਈ ਕ੍ਰਿਸਚਨ, ਕਿਸੇ ਤਰ੍ਹਾਂ ਦਾ ਵੀ ਬੰਦਾ ਜਿਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਟੌਰਚਰ ਹੋ ਰਿਹਾ ਹੋਊਗਾ ਜਾਂ ਕੋਈ ਵਧੀਕੀ ਹੋ ਰਹੀ ਹੋਊਗੀ, ਤੇ ਖਾਲਸੇ ਦਾ ਉਹ ਇੱਕ ਮੂਲ ਰੂਪ ਹੈ ਕਿ ਉਹਨੇ ਉਹਨਾਂ ਦੀ ਮਦਦ ਕਰਨੀ ਹੀ ਕਰਨੀ ਆ। ਸੋ ਖਾਲਸੇ ਨੂੰ ਸਿਰਫ ਇੱਕ ਹਿੰਦੂ ਮਤ ਦੇ ਨਾਲ ਜੋੜ ਕੇ ਰੱਖ ਦੇਣਾ ਕਿ ਸਿਰਫ ਉਹਨਾਂ ਦੀ ਹੀ ਇੱਕ ਰਕਸ਼ਾ ਵਾਸਤੇ ਪੈਦਾ ਕੀਤਾ ਗਿਆ ਸੀ, ਇੱਕ ਬੜੀ ਵਿਸ਼ਾਲ ਸ਼ਖਸੀਅਤ ਜਾਂ ਆਪਾਂ ਕਹਿ ਲਈਏ ਕਿ ਬੜੀ ਵਿਸ਼ਾਲ ਹੋਂਦ ਨੂੰ ਬਹੁਤ ਸੌੜਾ ਕਰਕੇ, ਛੋਟਾ ਜਿਹਾ ਕਰਕੇ ਦੇਖਣ ਦਾ ਇੱਕ ਕੋਝਾ ਯਤਨ ਸੀਗਾ। ਇਸ ਦੇ ਨਾਲ ਹੀ 15 ਜਨਵਰੀ 1978 ਦੇ ਰੋਜ਼ਾਨਾ ਹਿੰਦ ਸਮਾਚਾਰ ਦੇ ਵਿੱਚ ਐਡੀਟੋਰੀਅਲ ਆਉਂਦਾ, ਲਾਲਾ ਜਗਤ ਨਾਰਾਇਣ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਸੀਗਾ। ਹੁਣ ਉਹ ਲਿਖਦਾ ਕੀ ਹੈ? ਉਹ ਲਿਖਦਾ ਹੈ, ਇਸ ਭਾਰਤ ਵਰਸ਼ ਕੇ ਸੀਸ ਪਰ ਵਾਰ ਦਿਏ ਸੁਤਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਹੁਣ ਇਹ ਉਹ ਆਪਣੇ ਆਪ ਤੋੜ ਮਰੋੜ ਕੇ ਚੀਜ਼ ਨੂੰ ਪੇਸ਼ ਕਰਦਾ, ਜਦ ਕਿ ਜਿਹੜਾ ਅਸਲੀ ਜੋ ਹੈ ਉਹ ਇਸ ਤਰੀਕੇ ਹੈ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਹੁਣ ਇਨ ਪੁੱਤਰਨ ਕੇ ਸੀਸ ਨੂੰ ਜਦੋਂ ਤੁਸੀਂ ਭਾਰਤ ਵਰਸ਼ ਦੇ ਨਾਲ ਲਾ ਕੇ, ਤਾਂ ਨਾ ਸਿਰਫ ਇਹ ਤੋੜਨ ਮਰੋੜਨ ਦੀ ਗਲਤੀ ਆ, ਬਲਕਿ ਇਹ ਬੱਜਰ ਗੁਨਾਹ ਆ, ਇਹ ਪਾਪ ਆ। ਤੁਸੀਂ ਇੱਕ ਤਾਂ ਪਲੈਜਰਿਜ਼ਮ ਕਰ ਰਹੇ ਆ, ਇੱਕ ਤਾਂ ਤੁਸੀਂ ਐਥੀਕਲੀ ਗਲਤ ਆ, ਦੂਸਰੀ ਗੱਲ ਤੁਸੀਂ ਇੱਕ ਤਰੀਕੇ ਨਾਲ ਬਹੁਤ ਸਾਰੇ ਲੋਕਾਂ, ਕਿਉਂਕਿ ਉਹ ਜਿਹੜਾ ਇੱਕ ਨਿਊਜ਼ਪੇਪਰ ਆ ਉਹ ਹਰ ਘਰ ਦੇ ਵਿੱਚ ਜਾਣਾ, ਜਿਨ੍ਹਾਂ ਨੇ ਕਦੀ ਓਰੀਜਨਲ ਵਰਜ਼ਨ ਨਹੀਂ ਦੇਖਿਆ ਉਹਨਾਂ ਨੇ ਉਸ ਚੀਜ਼ ਨੂੰ ਪੜ੍ਹਨਾ ਆ, ਔਰ ਉਸ ਨੂੰ ਪੜ੍ਹ ਕੇ ਹੀ ਉਹਨਾਂ ਨੇ ਉਹੀ ਚੀਜ਼ ਨੂੰ ਦੁਹਰਾਉਂਦੇ ਰਹਿਣਾ, ਔਰ ਬਾਰ-ਬਾਰ ਦੁਹਰਾਉਣ ਦੇ ਨਾਲ ਜਿਹੜੇ ਝੂਠ ਹੈ ਉਹ ਵੀ ਸੱਚ ਲੱਗਣ ਲੱਗ ਜਾਂਦੇ ਆ। ਇਸ ਤਰੀਕੇ ਦੇ ਨਾਲ ਜਿਹੜਾ ਮੀਡੀਆ, ਇੱਕ ਛੋਟੀ ਜਿਹੀ ਐਗਜ਼ਾਮਪਲ ਸੀ, ਬਹੁਤ ਸਾਰੀਆਂ ਹੋਰ ਐਗਜ਼ਾਮਪਲ ਸਾਡੇ ਕੋਲ ਦ ਟ੍ਰਿਬਿਊਨ, ਟਾਈਮਜ਼ ਆਫ ਇੰਡੀਆ, ਇਹਨਾਂ ਦੇ ਵਿੱਚ ਮੌਜੂਦ ਨੇ। ਹੁਣ ਉਹਨਾਂ ਵਿੱਚ ਵੀ ਜਿਹੜਾ ਹੋਲੀ, ਦੀਵਾਲੀ ਔਰ ਉਹਨਾਂ ਨੂੰ ਇੱਕ ਪਰਟੀਕੂਲਰ ਆਈਡੀਆ ਦੇ ਹਿਸਾਬ ਦੇ ਨਾਲ, ਇੱਕ ਪਰਟੀਕੂਲਰ ਵਿਚਾਰਧਾਰਾ ਦੇ ਵੱਲੋਂ ਹੀ ਦਿਖਾਇਆ ਗਿਆ, ਔਰ ਇਹੀ ਦਿਖਾਇਆ ਗਿਆ ਕਿ ਕਿਉਂਕਿ ਹੋਲੀ ਦਾ ਸਿੱਖਾਂ ਦੀ ਲਾਈਫ ਦੇ ਵਿੱਚ ਕੀ ਮਹੱਤਵ ਆ ਜਾਂ ਦੀਵਾਲੀ ਦਾ ਸਿੱਖਾਂ ਦੇ ਨਾਲ ਕੀ ਕੋਈ ਰੈਲੇਵੈਂਸ ਹੈ, ਉਹਨੂੰ ਨਹੀਂ ਉਭਾਰਿਆ ਗਿਆ ਕਿ ਹੈ ਜਾਂ ਨਹੀਂ ਹੈ। ਸਿਰਫ ਇੱਕ ਉਸ ਨੂੰ ਇਸ ਤਰੀਕੇ ਨਾਲ ਕਰ ਦਿੱਤਾ ਗਿਆ ਕਿ ਉਹ ਜਿਹੜਾ ਹੋਲੀ, ਦੀਵਾਲੀ ਜਿਹੜੇ ਇੱਕ ਮੈਜੋਰਿਟੀ ਦੇ ਜਿਹੜੇ ਫੈਸਟੀਵਲ ਸੀਗੇ, ਉਹ ਤਕਰੀਬਨ ਹਰ ਇੱਕ ਵਰਗ ਦੇ ਫੈਸਟੀਵਲ ਬਣ ਗਏ, ਸਿੱਖਾਂ ਦੇ ਵੀ ਉਹ ਫੈਸਟੀਵਲ ਬਣ ਗਏ। ਔਰ ਇੱਥੋਂ ਤੱਕ ਕਿ ਦੀਵਾਲੀ ਔਰ ਜਿਹੜੇ ਹੋਲੀ ਮਨਾਉਣ ਦਾ ਸਿੱਖਾਂ ਦਾ ਢੰਗ ਵੀ ਬਿਲਕੁਲ ਹਿੰਦੂਆਂ ਵਾਲਾ ਹੋ ਗਿਆ। ਇਹਦੇ ਵਿੱਚ ਮੀਡੀਆ ਨੇ ਬਹੁਤ ਵੱਡਾ ਇੱਕ ਰੋਲ ਅਦਾ ਕੀਤਾ ਆ। ਮੀਡੀਆ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਰੋਲ ਅਦਾ ਕਰਦਾ ਹੁੰਦਾ ਆ। ਜਦੋਂ ਆਪਾਂ ਗੁਰਸ਼ਰਨ ਸਿੰਘ ਹੋਣਾ ਵਰਗੇ ਜਿਹੜੇ ਨਾਟਕਕਾਰ ਹੈ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਬਕਾਇਦਾ ਸੰਸਥਾਵਾਂ ਨੇ ਪੈਸੇ ਦੇਣੇ ਸ਼ੁਰੂ ਕੀਤੇ ਸੀਗੇ, ਔਰ ਉਹਨਾਂ ਦੇ ਉਹ ਜਿਹੜਾ ਪੈਸਾ ਸੀਗਾ ਉਹ ਲੱਗਦਾ ਕਿੱਥੇ ਸੀ? ਉਹਨਾਂ ਗੜ੍ਹਾਂ ਦੇ ਵਿੱਚ ਜਿੱਥੇ ਕਿਸੇ ਸਮੇਂ ਦੇ ਵਿੱਚ ਜਿਹੜੇ ਸਾਡੇ ਖਾੜਕੂ ਸਿੰਘ ਹੁੰਦੇ ਸੀਗੇ, ਜਿੱਥੇ ਉਹ ਕਿਸੇ ਇੱਕ ਪਰਟੀਕੂਲਰ ਤਰੀਕੇ ਦੀ ਚੀਜ਼ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ ਸੀ, ਉਹ ਉੱਥੇ ਉਹਨਾਂ ਨੂੰ ਪੈਸੇ ਦੇ ਕੇ ਸਗੋਂ ਉਹ ਚੀਜ਼ਾਂ ਕਰਵਾਈਆਂ ਗਈਆਂ। ਸੋ ਉਹ ਇੱਕ ਮੀਡੀਆ ਦਾ ਮਾਈਨਿਊਟ ਹਿੱਸਾ ਆ। ਜਦੋਂ ਦੋਵੇਂ ਧਿਰਾਂ ਵਿਚਾਰਧਾਰਕ ਤੌਰ ਤੇ ਇੱਕ ਜੰਗ ਵਿੱਚ ਨੇ, ਉਹਦੇ ਵਿੱਚ ਦੋਹਾਂ ਧਿਰਾਂ ਦੇ ਮੀਡੀਆ ਅਤੇ ਦੋਹਾਂ ਧਿਰਾਂ ਦੇ ਵਿਦਵਾਨ ਕਾਊਂਟ ਹੁੰਦੇ ਆ। ਭਾਰਤੀ ਮੀਡੀਆ ਨੇ ਆਪਣੇ ਢੰਗ ਨਾਲ ਵਿਆਖਿਆ ਕਰਨੀ ਸੀ ਤੇ ਉਹਨਾਂ ਨੇ ਆਪਣਾ ਕੰਮ ਕੀਤਾ, ਉਹ ਵੱਡੀ ਪੱਧਰ 'ਤੇ ਕੀਤਾ। ਪਰ ਸਿੱਖ ਮੀਡੀਆ ਕਿਉਂਕਿ ਛੋਟੀ ਗਿਣਤੀ ਵਿੱਚ ਕੌਮ ਦੀ ਗਿਣਤੀ ਘੱਟ ਹੋਣ ਕਰਕੇ ਜਾਂ ਇੱਕ ਤਰ੍ਹਾਂ ਨਾਲ ਉਹਦੇ 'ਚ ਪੰਜਾਬ 'ਚ ਰਹਿਣ ਕਰਕੇ, ਹਾਂ ਬਹੁਤ ਸਾਰੇ ਵਿਦਵਾਨਾਂ ਨੇ ਕੰਮ ਕਰਿਆ, ਮੀਡੀਆ ਨੇ ਵੀ ਬਹੁਤ ਸਾਥ ਦਿੱਤਾ, ਇੱਦਾਂ ਦੀ ਕੋਈ ਗੱਲ ਨਹੀਂ। ਈਵਨ ਮੇਨ ਸਟ੍ਰੀਮ ਸਿੱਖ ਮੀਡੀਆ ਨੇ ਵੀ, ਜਿਹੜਾ ਆਪਾਂ ਇਹ ਵੀ ਕਹਿ ਜਾਂਦੇ ਹੈਗੇ ਨਾ ਵੀ ਹਾਂ ਬਹੁਤ ਵਾਰੀ ਵੀ ਉਹ ਸਰਕਾਰ ਨਾਲ ਮਿਲੇ ਹੋਏ ਨੇ ਜਾਂ ਕਿਸ ਤਰ੍ਹਾਂ ਨਹੀਂ, ਪਰ ਇਹਦੇ ਬਾਵਜੂਦ ਵੀ
ਪੰਜਾਬੀ ਮੀਡੀਆ ਵਿੱਚ ਬਹੁਤ ਇਸ ਤਰ੍ਹਾਂ ਦਾ ਕੁਝ ਛਪਦਾ ਰਿਹਾ ਜਿਹੜਾ ਤੁਹਾਡੀਆਂ ਨਿਆਰੀਆਂ ਰਵਾਇਤਾਂ, ਤੁਹਾਡੇ ਧਰਮ ਤੇ ਤੁਹਾਡੇ ਕੌਮੀ ਜਜ਼ਬੇ ਨੂੰ ਉਭਾਰਦਾ ਰਿਹਾ। ਲਗਾਤਾਰ ਇਹ ਬਹੁਤ ਦੇਰ ਤੋਂ ਆਇਆ। ਈਵਨ ਜੇ ਮੇਨ ਸਟ੍ਰੀਮ ਅਖਬਾਰਾਂ ਤੋਂ ਬਿਨਾਂ ਵੀ ਨਾ ਆਪਾਂ ਗੱਲ ਕਰੀਏ, ਇਹ ਸੇਧ ਮੈਗਜ਼ੀਨ ਛਪਦਾ ਸੀਗਾ, ਹਰਵੇਲ ਸਿੰਘ ਪੰਨੂ ਛਾਪਦੇ ਸੀਗੇ, ਅਤੇ ਉਹਦੇ ਵਿੱਚ ਪ੍ਰੋਫੈਸਰ ਕਿਸ਼ਨ ਸਿੰਘ ਦੀ ਅਤੇ ਮਿਸਟਰ ਸੇਖੋਂ ਜਿਹੜੇ ਸੀਗੇ ਸੰਤ ਸਿੰਘ ਸੇਖੋਂ, ਉਹਨਾਂ ਦੀ ਬਹੁਤ ਲੰਬੀ ਮੇਰੇ ਖਿਆਲ ਕਈ ਸਾਲ 5-6 ਸਾਲ ਨਾ ਉਹਨਾਂ ਦੀ ਡਿਬੇਟ ਚੱਲਦੇ ਰਹੀ। ਉਹ ਮੰਥਲੀ ਮੈਗਜ਼ੀਨ ਹੁੰਦਾ ਸੀ ਪੰਜਾਬ ਦੇ ਵੱਖ-ਵੱਖ ਮਸਲਿਆਂ ਬਾਰੇ। ਜਿਹੜੇ ਸੰਤ ਸਿੰਘ ਸੇਖੋਂ ਸੀ ਉਹ ਕਮਿਊਨਿਸਟ ਪੁਆਇੰਟ ਆਫ ਵਿਊ ਨਾਲ ਆਪਣੇ ਵਿਚਾਰ ਰੱਖਦੇ ਸੀਗੇ। ਹਾਲਾਂਕਿ ਦੋਨੋਂ ਕਮਿਊਨਿਸਟ ਵਿਦਵਾਨ ਸੀ, ਪਰ ਪ੍ਰੋਫੈਸਰ ਕਿਸ਼ਨ ਸਿੰਘ ਸੀ ਜਿਹੜੇ ਉਹ ਸਿੱਖ ਧਰਮ ਨਾਲ ਜੁੜੇ ਹੋਏ ਕਮਿਊਨਿਸਟ ਵਿਦਵਾਨ ਸੀ। ਉਹਨਾਂ ਦਾ ਸਿੱਖ ਧਰਮ ਵਿੱਚ ਆਸਥਾ ਸੀ। ਸੰਤ ਸਿੰਘ ਸੇਖੋਂ ਦੇ ਸਿੱਖ ਧਰਮ ਵਿੱਚ ਆਸਥਾ ਨਹੀਂ ਸੀ। ਉਹ ਸਾਰੇ ਕੁਛ ਨੂੰ ਭਾਰਤੀ ਸਟੇਟ ਜਾਂ ਭਾਰਤ ਸਰਕਾਰ ਦੇ ਆਇਨੇ ਤੋਂ ਇੰਟਰਪ੍ਰੈਟ ਕਰਦੇ ਸੀ। ਹਾਲਾਂਕਿ 1984 ਤੋਂ ਬਾਅਦ ਸੰਤ ਸਿੰਘ ਸੇਖੋਂ ਵਿੱਚ ਤਬਦੀਲੀ ਆਈ, ਪਰ ਉਹ ਜਿਹੜੀ ਡਿਬੇਟ ਹੈ ਜਿਹੜੀ ਲਗਾਤਾਰ 5 ਸਾਲ ਚੱਲੀ ਹੈ, ਉਹ ਅਸੀਂ ਸਮਝਦੇ ਹਾਂ ਵੀ ਆਪਣੇ ਆਪ ਵਿੱਚ ਇੱਕ ਇੰਨਾ ਵੱਡਾ ਖਜ਼ਾਨਾ ਹੈ ਪੰਜਾਬ ਦੇ ਸਮੁੱਚੇ ਸਿਨੈਰੀਓ ਨੂੰ ਸਮਝਣ ਦਾ, ਸਿੱਖ ਕੌਮ ਦੀਆਂ ਆਸਾਂ ਤੇ ਉਮੰਗਾਂ ਨੂੰ ਸਮਝਣ ਦਾ। ਅਤੇ ਫਿਰ ਪ੍ਰੋਫੈਸਰ ਕਿਸ਼ਨ ਸਿੰਘ ਦਾ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੀ ਸਿੱਖ ਧਰਮ ਬਾਰੇ ਨਾ, ਗੁਰਬਾਣੀ ਦਾ ਸੱਚ, ਸਿੱਖ ਇਨਕਲਾਬ ਦਾ ਮੋਢੀ ਗੁਰੂ ਨਾਨਕ ਦੇਵ ਜੀ, ਜਾਂ ਗੁਰਬਾਣੀ ਬਾਰੇ ਜਿਹੜੀਆਂ ਹੋਰ ਵੀ ਕਿਤਾਬਾਂ ਨੇ, ਉਹਨਾਂ ਨੂੰ ਜਦੋਂ ਤੁਸੀਂ ਹੋਲਿਸਟਿਕ ਤੌਰ 'ਤੇ ਪੜ੍ਹਦੇ ਹੋ ਤਾਂ ਤੁਹਾਨੂੰ ਸਮਝ ਆਉਂਦੀ ਆ ਵੀ ਵਿਦਵਾਨਾਂ ਦੇ ਮਾਮਲੇ ਵਿੱਚ ਸਿੱਖਾਂ ਦਾ ਜਿਹੜਾ ਮੈਦਾਨ ਆ ਉਹ ਬਿਲਕੁਲ ਖਾਲੀ ਨਹੀਂ ਸੀ। ਉਹ ਤੋਂ ਬਾਅਦ ਡਾਕਟਰ ਗੁਰਭਗਤ ਸਿੰਘ ਨੇ ਜੋ ਕੰਟਰੀਬਿਊਸ਼ਨ ਦਿੱਤੀ, ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਜੋ ਕੰਟਰੀਬਿਊਸ਼ਨ ਦਿੱਤੀ, ਈਵਨ ਡਾਕਟਰ ਗੰਡਾ ਸਿੰਘ ਦੀ ਜੋ ਕੰਟਰੀਬਿਊਸ਼ਨ ਆ, ਮਿਸਟਰ ਨੇਕੀ ਦੀ ਜਿਹੜੀ ਕੰਟਰੀਬਿਊਸ਼ਨ ਹੈਗੀ। ਸੋ ਇਸ ਤਰ੍ਹਾਂ ਬਹੁਤ ਸਾਰਾ ਜਾਂ ਫਿਰ ਜਿਹੜੀ ਆਪਾਂ ਗੱਲ ਕਰਦੇ ਹੈਗੇ ਸਿੰਘ ਸਭਾ ਲਹਿਰ 'ਚ ਜਿਹੜਾ ਆ ਕੇ ਜਿਹੜੇ ਵਿਦਵਾਨਾਂ ਨੇ, ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੇ, ਭਾਈ ਕਾਹਨ ਸਿੰਘ ਨਾਭਾ ਉਹਨਾਂ ਨੇ, ਜਿੰਨੀ ਕੁ ਵਿਦਵਤਾ ਦੇ ਰੂਪ ਵਿੱਚ ਕੰਟਰੀਬਿਊਸ਼ਨ ਦਿੱਤੀ ਆ ਉਹ ਬਹੁਤ ਜ਼ਿਆਦਾ ਸੀ। ਇਸ ਲਈ ਆਪਾਂ ਇਹ ਨਕਾਰ ਕੇ ਨਹੀਂ ਕਹਿ ਸਕਦੇ ਵੀ ਸਿੱਖਾਂ ਵੱਲੋਂ ਸਿੱਖ ਨੈਸ਼ਨਲਿਜ਼ਮ ਦੇ ਸੰਦਰਭ ਵਿੱਚ ਕੋਈ ਕੰਮ ਨਹੀਂ ਹੋਇਆ, ਬਹੁਤ ਜ਼ਿਆਦਾ ਕੰਮ ਹੋਇਆ। ਮੈਂ ਇਸ ਤਰ੍ਹਾਂ ਡਾਕਟਰ ਸਾਧੂ ਸਿੰਘ ਹਮਦਰਦ ਦੀ ਕਿਤਾਬ ਪੜ੍ਹ ਰਿਹਾ ਸੀ। ਉਹਨਾਂ ਨੇ 1947 ਤੋਂ ਪਹਿਲਾਂ ਅਤੇ 1947 ਤੋਂ ਬਾਅਦ ਜੋ ਰਾਜਨੀਤਿਕ ਘਟਨਾਵਾਂ ਹੋਈਆਂ ਉਹ ਜਿਹੜੇ ਐਡੀਟੋਰੀਅਲ ਉਹ ਲਿਖਦੇ ਸੀ ਆਪਣੇ ਅਜੀਤ ਅਖਬਾਰ ਵਿੱਚ, ਪਹਿਲਾਂ ਅਜੀਤ ਉਰਦੂ ਵਿੱਚ ਛਪਦਾ ਸੀਗਾ, ਉਹ ਉਰਦੂ ਵਿੱਚ ਜਿਹੜੇ ਐਡੀਟੋਰੀਅਲ, ਉਹਨਾਂ ਦੀ ਬਹੁਤ ਵਧੀਆ ਕਿਤਾਬ ਆ ਅਜੀਤ ਪ੍ਰਕਾਸ਼ਨ ਨੇ ਛਾਪੀ ਹੈ। ਜਦੋਂ ਤੁਸੀਂ ਉਹਨੂੰ ਪੜ੍ਹਦੇ ਹੋ ਤੁਹਾਨੂੰ ਲੱਗਦਾ ਵੀ ਕਿੰਨਾ ਵੱਡਾ ਵਿਦਵਾਨ ਸੀ ਉਹ ਨਾ, ਜਿਸ ਤਰ੍ਹਾਂ। ਅਤੇ ਅਜੀਤ ਸਿੰਘ ਸਰਹੱਦੀ ਦੀ ਜਿਹੜੀ ਹੈਗੀ ਆ ਕਿਤਾਬ ਪੰਜਾਬੀ ਸੂਬੇ ਦੀ ਗਾਥਾ, ਉਹ ਬਹੁਤ ਕਮਾਲ ਦਾ ਡਾਕੂਮੈਂਟ ਹੈ। ਸੋ ਇਸ ਤਰ੍ਹਾਂ ਨਹੀਂ ਵੀ ਸਿੱਖਾਂ ਨੇ ਰਜਿਸਟ ਨਹੀਂ ਕਰਿਆ, ਅਕੈਡਮਿਕ ਤੌਰ 'ਤੇ ਸਿੱਖ ਵਿਦਵਾਨਾਂ ਨੇ ਬਹੁਤ ਵੱਡੀ ਪੱਧਰ 'ਤੇ ਰਜਿਸਟ ਕਰਿਆ। ਅਤੇ ਇਸੇ ਕਰਕੇ ਇਹ ਹੋਇਆ ਵੀ ਅੱਜ ਜੇ ਕੌਮ ਨਹੀਂ, ਅੱਜ ਕੌਮ ਨੂੰ ਖੋਰਾ ਵੱਡੀ ਪੱਧਰ 'ਤੇ ਲੱਗ ਗਿਆ ਹੁੰਦਾ। ਜੇ ਅੱਜ ਚੇਤਨਤਾ ਕੌਮ ਵਿੱਚ ਪਈ ਹੈ ਉਹ ਇਸੇ ਕਰਕੇ ਪਈ ਹੈਗੀ ਆ ਵੀ ਵਿਦਵਾਨਾਂ ਨੇ ਬਕਾਇਦਾ ਕੰਮ ਕੀਤਾ ਸੀਗਾ ਇਸ ਨੂੰ। ਕਿਸੇ ਲੇਖਕ ਦੇ ਕਥਨ ਹਨ ਕਿ ਵਿਰੋਧੀ ਦੋ ਤਰ੍ਹਾਂ ਦੀ ਹਿੰਸਾ ਨੂੰ ਬੜੀ ਚਤੁਰਾਈ ਦੇ ਨਾਲ ਵਰਤਦਾ ਹੈ। ਇੱਕ ਪਾਸੇ ਤੇ ਅਮਨ ਕਾਨੂੰਨ ਦੇ ਨਾਮ ਉੱਪਰ ਸਟੇਟ ਦੀ ਹਿੰਸਾ, ਤੇ ਦੂਜੇ ਪਾਸੇ ਸ਼ਬਦ ਪ੍ਰਵਚਨ ਰਾਹੀਂ ਉਸ ਨੂੰ ਜੜੋਂ ਖਤਮ ਕੀਤਾ ਜਾਂਦਾ ਹੈ। ਸਿੱਖ ਧਰਮ ਦੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਤੁਹਾਨੂੰ ਗੈਰ ਸਿੱਖਾਂ ਵੱਲੋਂ ਸਿੱਖ ਧਰਮ ਬਾਰੇ ਬਹੁਤ ਸਾਰੇ ਆਰਟੀਕਲ ਅਤੇ ਕਿਤਾਬਾਂ ਮਿਲ ਜਾਣਗੇ, ਔਰ ਇਸ ਦੇ ਨਾਲ-ਨਾਲ ਬਹੁਤ ਸਾਰੇ ਸੈਮੀਨਾਰ ਵੀ ਪੰਜਾਬ ਦੇ ਵਿੱਚ ਉਹਨਾਂ ਸਮਿਆਂ ਦੇ ਦੌਰਾਨ ਕਰਵਾਏ ਗਏ। ਇਸ ਦਾ ਮੁੱਖ ਕਾਰਨ ਹੈ ਕਿ ਸਿੱਖਾਂ ਨੂੰ ਡਿਫਾਈਨ ਕੀਤਾ ਜਾਵੇ, ਔਰ ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਨੂੰ ਡਿਫਾਈਨ ਕੀਤਾ ਗਿਆ। ਉਹਨਾਂ ਨੂੰ ਹਿੰਦੂ ਧਰਮ ਦਾ ਅੰਗ ਕਹਿ ਕੇ ਪ੍ਰਚਾਰਿਆ ਗਿਆ। ਸਿੱਖ ਗੁਰੂਆਂ ਨੂੰ ਰਾਸ਼ਟਰਵਾਦ ਦੇ ਦਾਇਰੇ ਵਿੱਚ ਰੱਖ ਕੇ ਪ੍ਰਚਾਰਿਆ ਗਿਆ। ਕੱਟੜ ਹਿੰਦੂਤਵੀ ਵਜੋਂ ਜਾਣੇ ਜਾਂਦੇ ਵਿਦਵਾਨ ਤੇ ਲੇਖਕ ਰਾਮ ਸਵਰੂਪ ਨੇ 19 ਦਸੰਬਰ 1984 ਨੂੰ ਟਾਈਮਸ ਆਫ ਇੰਡੀਆ ਵਿੱਚ ਇੱਕ ਲੇਖ ਲਿਖਿਆ ਤੇ ਉਹਨਾਂ ਨੇ ਕਿਹਾ, ਮੌਕੇ ਦੀ ਲੋੜ ਨੂੰ ਪੂਰਾ ਕਰਨ ਲਈ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ। ਉਹਨਾਂ ਦੀ ਜਥੇਬੰਦੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੇ ਅੰਮ੍ਰਿਤ ਵੀ ਛਕਿਆ ਤੇ ਨਵੇਂ ਲੜਾਕੂ ਤਿਆਰ ਕੀਤੇ। ਖਾਲਸਾ ਇਸੇ ਤਰ੍ਹਾਂ ਵਿੱਚ ਸੈਨਿਕ ਸਰੂਪ ਸੀ ਤੇ ਉਹਨਾਂ ਮੁਗਲ ਰਾਜ ਦਾ ਖਾਤਮਾ ਕੀਤਾ। 1849 ਈਸਵੀ ਵਿੱਚ ਬਰਤਾਨੀਆ ਨੇ ਪੰਜਾਬ 'ਤੇ ਕਬਜ਼ਾ ਕੀਤਾ ਤੇ ਹੁਣ ਪੁਰਾਣੀ ਕਿਸਮ ਦਾ ਖਾਲਸਾ ਸੰਭਵ ਨਹੀਂ ਸੀ। ਸਿੱਖ ਰਾਜ ਤੋਂ ਬਾਅਦ ਸਿੱਖ ਹਿੰਦੂ ਸਫਾ ਵਿੱਚ ਵਾਪਸ ਪਰਤਣ ਲੱਗੇ, ਔਰ ਇਸ ਵਿੱਚ ਕਿਸੇ ਨੂੰ ਕੋਈ ਜਾਬਤਾ ਕਾਨੂੰਨ ਭੰਗ ਹੁੰਦਾ ਨਹੀਂ ਜਾਪਿਆ, ਕਿਉਂਕਿ ਹਿੰਦੂ ਹੀ ਸਿੱਖ ਸਨ ਤੇ ਸਿੱਖ ਹੀ ਹਿੰਦੂ ਸਨ। ਸਿੱਖ ਇੱਕ ਖਾਸ ਰੋਲ ਵਿੱਚ ਹਿੰਦੂ ਸੀ। ਇੱਥੇ ਹੀ ਬਸ ਨਹੀਂ, ਲੇਖਕ ਵੱਲੋਂ ਸਿੰਘ ਸਭਾ ਲਹਿਰ ਅਤੇ ਭਾਈ ਕਾਹਨ ਸਿੰਘ ਨਾਭਾ 'ਤੇ ਵੀ ਵੱਡੇ ਨਿਸ਼ਾਨੇ ਲਗਾਏ ਗਏ, ਔਰ ਸਾਰਾ ਇਲਜ਼ਾਮ ਅੰਗਰੇਜ਼ਾਂ ਦੇ ਸਿਰ ਮੜਿਆ ਗਿਆ। ਹੁਣ ਤੁਸੀਂ ਆਪ ਹੀ ਸੋਚੋ ਕਿ ਇਹੋ ਜਿਹੇ ਕਿੰਨੇ ਲੇਖ, ਕਿੰਨੇ ਸੈਮੀਨਾਰ ਔਰ ਕਿੰਨੇ ਕਿਤਾਬਚੇ ਜਿਹੜੇ ਨੇ ਉਹਨਾਂ ਸਮਿਆਂ ਦੇ ਵਿੱਚ ਛਾਪੇ ਗਏ ਤਾਂ ਜੋ ਸਿੱਖਾਂ ਦੀ ਗਿਆਨਾਤਮਕ ਹੱਤਿਆ ਕੀਤੀ ਜਾ ਸਕੇ।
ਦੇਖੋ ਇਹਦੇ ਵਾਸਤੇ ਤਾਂ ਉਹਨਾਂ ਨੇ ਬੜੇ ਮੁੱਢ ਤੋਂ ਸ਼ੁਰੂ ਕਰਤਾ ਸੀਗਾ। ਇਹ ਕਹਿ ਲਓ ਕਿ ਤਕਰੀਬਨ 19ਵੀਂ ਸਦੀ ਤੋਂ ਜਦੋਂ ਉਹਨਾਂ ਨੇ ਇਹ ਹਿੰਦੁਸਤਾਨ ਨੂੰ ਡਿਫਾਈਨ ਕੀਤਾ, ਆਈਡੀਆ ਆਫ ਇੰਡੀਆ, ਤੇ ਉਹ ਉਦੋਂ ਤੋਂ ਹੀ ਉਹਨਾਂ ਨੇ ਇਹ ਵੀ ਸੀ ਵੀ ਜਿਹੜੇ ਇੱਥੋਂ ਦੇ ਬਾਕੀ ਸਾਰੇ ਧਰਮ, ਜੈਨ ਹੈ, ਬੁੱਧ ਹੈ, ਸਿੱਖ ਹੈ, ਦੇ ਆਰ ਪਾਰਟ ਆਫ ਹਿੰਦੂ ਧਰਮ। ਸੋ ਇਸ ਐਂਗਲ ਤੋਂ ਹੀ ਗੁਰੂਆਂ ਨੂੰ, ਇਸ ਐਂਗਲ ਤੋਂ ਹੀ ਸਿੱਖਾਂ ਦੇ ਇਤਿਹਾਸ ਨੂੰ, ਸੋ ਫਰਾਮ ਨੈਸ਼ਨਲਿਸਟ ਪਰਸਪੈਕਟਿਵ ਉਹਨਾਂ ਨੇ ਜੋ ਕਿਤਾਬ ਆਪਦਾ ਗਿਆਨ ਰਚਿਆ ਸਿੱਖਾਂ ਬਾਰੇ, ਉਹ ਇਸ ਪਰਸਪੈਕਟਿਵ ਤੋਂ ਰਚਿਆ ਉਹਨਾਂ ਨੇ। ਹੁਣ ਮੈਂ ਕਈ ਥਾਵਾਂ 'ਤੇ ਉਦਾਹਰਨ ਦਿੱਤੀ ਹੈ ਕਿ ਜੋ ਪੁਰਾਤਨ ਸਾਡੇ ਸਾਰੇ ਗ੍ਰੰਥਨ ਜਾਂ ਸਾਡੀ ਸਾਰੀ ਧਾਰਨਾ ਸੀਗੀ, ਉਹਦੇ 'ਚ ਗੁਰੂ ਨੂੰ ਜਗਤ ਗੁਰੂ ਦੇ ਤੌਰ 'ਤੇ ਦੇਖਿਆ ਗਿਆ ਸੀ। ਗੁਰੂ ਨਾਨਕ ਦੇਵ ਨੂੰ ਅਸੀਂ ਕਿਸੇ ਪਾਰਟੀਕੂਲਰ ਖਿੱਤੇ ਨਾਲ, ਲੋਕਾਂ ਨਾਲ ਜੋੜ ਦਈਏ। ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਕੋਈ ਸਿੱਖਾਂ ਦੇ ਗੁਰੂ ਸੀ, ਉਹ ਸਾਰੀ ਮਾਨਵਤਾ ਵਾਸਤੇ ਸੀਗਾ। ਹਾਂ, ਸੋ ਇਹਨਾਂ ਨੇ ਉਹਨਾਂ ਨੂੰ ਹਿੰਦੁਸਤਾਨੀ ਦੇਸ਼ ਭਗਤ ਬਣਾ ਕਿ ਉਹ ਹਿੰਦੁਸਤਾਨੀ ਦੇਸ਼ ਭਗਤ ਸੀਗੇ। ਬਾਬਰ ਦੇ ਹਮਲੇ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਜਦੋਂ ਬਾਬਰ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਪਹਿਲੀ ਵਾਰ ਇਹ ਹਿੰਦੁਸਤਾਨ ਸ਼ਬਦ ਲਿਆਂਦਾ, ਤੇ ਉਸ ਹਮਲੇ ਦੇ, ਹਾਲਾਂਕਿ ਗੁਰੂ ਸਾਹਿਬ ਦੀਆਂ ਨਜ਼ਰਾਂ 'ਚ ਕੋਈ ਵਿਦੇਸ਼ੀ ਨਹੀਂ, ਕੋਈ ਸਵਦੇਸ਼ੀ ਨਹੀਂ। ਉਸ ਤਾਂ ਬੰਦੇ ਦੇ ਕਰਮ ਕੀ ਹੈ, ਕੋਈ ਇਸ ਗੱਲ ਕਰਕੇ ਮਾੜਾ ਨਹੀਂ ਹੋ ਜਾਂਦਾ ਕਿ ਉਹ ਬਾਹਰੋਂ ਆਇਆ ਹੈ। ਸੋ ਇਹ ਹੈ ਵੀ ਉਹ ਕਰ ਕੀ ਰਿਹਾ। ਜੇ ਅਨਿਆਂ ਕਰ ਰਿਹਾ ਤਾਂ ਭਾਵੇਂ ਇੱਥੋਂ ਦਾ ਜੰਮਿਆ, ਉਹ ਵੀ ਓਨਾ ਹੀ ਮਾੜਾ ਹੈ, ਅਤੇ ਜੇ ਕੋਈ ਬੰਦਾ ਨਿਆਂ ਕਰ ਰਿਹਾ ਭਾਵੇਂ ਬਾਹਰੋਂ ਆ ਕੇ ਕਰ ਦੇ। ਗੱਲ ਅਨਿਆਂ ਦੇ ਖਿਲਾਫ ਲੜਾਈ ਹੈ, ਉਹਦੇ ਨਾਲ ਉਹਦਾ ਓਰੀਜਨ ਕੀ ਹੈ, ਇਹ ਇਸ ਗੱਲ ਨਾਲ। ਇਹ ਤਾਂ ਨੈਸ਼ਨਲਿਜ਼ਮ 'ਚੋਂ ਨਿਕਲੀਆਂ ਹੋਈਆਂ ਗੱਲਾਂ ਕਿ ਆਹ ਵਿਦੇਸ਼ੀ ਹੈ। ਪੁਰਾਤਨ ਸਮੇਂ 'ਚ ਇਹ ਧਾਰਨਾ ਨਹੀਂ ਸੀ ਹੁੰਦੀ, ਕਿਉਂਕਿ ਕੋਈ ਇਹੋ ਜਿਹੀਆਂ ਕਲੀਅਰਲੀ ਡਿਫਾਈਨਡ ਬਾਊਂਡਰੀਜ਼ ਹੁੰਦੀਆਂ ਨਹੀਂ ਸੀ। ਚੱਲੀ ਜਾਂਦਾ ਸੀ, ਕੋਈ ਉੱਧਰੋਂ ਆ ਗਿਆ, ਕੋਈ ਉੱਧਰੋਂ ਆ ਗਿਆ, ਇਹ ਚੱਲੀ ਜਾਂਦਾ ਸੀ। ਸੋ ਵਿਦੇਸ਼ੀ ਅਤੇ ਨੈਸ਼ਨਲਿਸਟ ਕਹਿਣਾ ਇਹ ਤਾਂ ਮਾਡਰਨ ਹੈ। ਇਹਨਾਂ ਨੇ ਫਿਰ ਗੁਰੂਆਂ ਨੂੰ ਇਸ ਤਰ੍ਹਾਂ ਡਿਫਾਈਨ ਕੀਤਾ। ਹੁਣ ਜਿਵੇਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਕਿੰਨੇ ਗਲਤ ਰੰਗ ਦਿੱਤੀ ਹੈ ਕਿ ਹਿੰਦੂ ਧਰਮ ਦੀ ਰੱਖਿਆ ਲਈ। ਇਹ ਤਾਂ ਗੱਲ ਬਹੁਤ ਹੀ, ਉਹਨਾਂ ਨੂੰ ਹਿੰਦੂ ਧਰਮ ਦੀ ਰੱਖਿਆ ਦਾ ਕੀ ਸਰੋਕਾਰ ਹੋ ਸਕਦਾ, ਜਿਹੜੇ ਬੰਦੇ ਉਹ ਸਾਰੀਆਂ ਚੀਜ਼ਾਂ ਨੂੰ ਸਿਧਾਂਤਕ ਪੱਧਰ 'ਤੇ ਕੱਟਦੇ ਤੁਰੇ ਆਉਂਦੇ ਹੈ। ਉਹ ਹਿੰਦੂ ਧਰਮ ਦੀ ਗੱਲ ਨਹੀਂ ਸੀ, ਗੱਲ ਇਹ ਸੀ ਕਿ ਜਿਹੜੀ ਹੈਗੀ ਹੈ ਫਰੀਡਮ ਆਫ ਪ੍ਰੋਫੈਸ਼ਨ, ਕਿ ਕਿਹੜੇ ਬੰਦੇ ਨੇ ਕਿਹੜਾ ਧਰਮ ਚੂਜ਼ ਮੰਨਣਾ, ਇਹ ਬੰਦੇ ਦੀ ਆਪਦੀ ਆਜ਼ਾਦੀ ਹੋਣੀ ਚਾਹੀਦੀ ਹੈ। ਉਸ ਪ੍ਰਿੰਸੀਪਲ ਨੂੰ ਅਪਹੋਲਡ ਕਰਨਾ ਸੀ। ਕਿ ਜੇ ਕੋਈ ਹਿੰਦੂ ਮੁਸਲਮਾਨਾਂ ਨੂੰ ਦਬਾ ਰਿਹਾ ਹੁੰਦਾ, ਫਿਰ ਵੀ 9ਵੇਂ ਪਾਤਸ਼ਾਹ ਨੇ ਇਹੀ ਕਰਨਾ ਸੀ। ਇਹਨਾਂ ਨੇ ਜੋੜ ਲਿਆ ਜਿਵੇਂ ਵੀ ਉਹ ਹਿੰਦੂ। ਸੋ ਇਹ ਪੇਸ਼ਕਾਰੀ ਜਿਹੜੀ ਗੁਰੂਆਂ ਦੀ ਹੋਈ ਨਾ, ਹੁਣ ਤੁਸੀਂ ਜਿਹੜਾ ਮੈਂ ਕਈ ਥਾਵਾਂ 'ਤੇ ਉਦਾਹਰਨ ਦਿੱਤੀ ਹੈ, ਲਾਲਾ ਦੌਲਤ ਰਾਏ ਦੀ ਕਿਤਾਬ ਜਿਹੜੀ ਹੈਗੀ ਹੈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ, ਮੈਂ ਹੈਰਾਨ ਹਾਂ, ਮਤਲਬ ਸਿੱਖਾਂ ਦੇ ਵਿੱਚ ਇੰਨੀ ਪ੍ਰਚਲਿਤ ਹੋਈ ਹੈ ਅਤੇ ਉਹਦੇ ਵਿੱਚ ਗੁਰੂ ਦੀ ਮਹਿਮਾ ਬਹੁਤ ਕੀਤੀ ਹੋਈ ਹੈ। ਪਰ ਕੀ ਕਹਿ ਕੇ, ਇਹ ਕਹਿ ਕੇ ਕਿ ਉਹ ਖੱਤਰੀ ਵੰਸ਼ਜੋਂ ਸੀ, ਖੱਤਰੀ ਹੋਣ ਕਰਕੇ ਉਹ ਆ ਕਰ ਸਕਿਆ। ਕਲੀਅਰ ਕੱਟ ਇਹ ਲਿਖਿਆ। ਉਹ ਜਿਹੜੀ ਸਾਰੀ ਉਹ ਲਵ ਕੁਸ਼ ਵਾਲੀ ਜੋੜ ਕੇ ਉਹ ਬੰਸਾਵਲੀ, ਅਤੇ ਉਸ ਮੁਤਾਬਕ ਉਹਨੇ ਉਹਦੀ ਵਡਿਆਈ ਕੀਤੀ ਗੁਰੂ ਦੀ। ਉਹਨੇ ਬਿਲਕੁਲ ਹੀ ਗੁਰੂਆਂ ਦੇ ਬੇਸਿਕ ਫਲਸਫੇ ਦੀ ਉਲਟ ਜਾਂਦੀ ਹੈ। ਜਿਹੜੇ ਗੁਰੂ ਨੇ ਅੰਮ੍ਰਿਤ ਛਕਾਉਣ ਵੇਲੇ ਇਹ ਕਹਿਤਾ ਵੀ ਤੁਹਾਡੀ ਪਹਿਲਾਂ ਕੁਲ ਕੀ ਹੈ, ਉਹਨੂੰ ਬਿਲਕੁਲ ਭੁੱਲ ਜਾਓ ਬਸ। ਉਹਦੇ ਕੋਈ ਮਾਇਨੇ ਨਹੀਂ, ਤੁਹਾਡਾ ਵੰਸ਼ ਕਿਹੜਾ, ਤੁਹਾਡੀ ਕੁਲ ਕਿਹੜੀ ਹੈ, ਤੁਹਾਡਾ ਜਾਤ ਕਿਹੜਾ ਹੈ, ਤੁਸੀਂ ਉਹਨੂੰ ਇਸ ਤਰ੍ਹਾਂ ਮਤਲਬ ਡਿਫਾਈਨ ਕਰੋ। ਸੋ ਉਹ ਕਿਤਾਬ ਹੁਣ ਤੁਸੀਂ ਦੇਖ ਲਓ ਵੀ 125 ਸਾਲ ਹੋ ਗਿਆ ਛਪੀ ਨੂੰ, ਅਤੇ ਉਹ ਬਾਰ-ਬਾਰ ਬਹੁਤ ਵੱਡੀ ਪੱਧਰ 'ਤੇ 84 ਦੇ ਜਦੋਂ ਦਾ ਸਿੱਖ ਸਟਰਗਲ ਚੱਲੀ ਹੈ, ਉਸ ਤੋਂ ਬਾਅਦ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਛਾਪ ਕੇ ਲੋਕਾਂ ਤੱਕ ਲੈ ਕੇ ਗਏ। ਸੋ ਇਹ ਗੜਬੜ ਹੋਈ ਆ ਸਾਰੀ ਜਿਹੜੀ ਮਾਡਰਨ ਪੀਰੀਅਡ ਦੇ ਵਿੱਚ। ਇਹਨਾਂ ਨੇ ਸਾਡੇ ਗੁਰੂਆਂ ਨੂੰ ਨੈਸ਼ਨਲਿਸਟ ਪਰਸਪੈਕਟਿਵ ਤੋਂ ਇੰਟਰਪ੍ਰੇਟ ਕੀਤਾ, ਸਾਡੇ ਧਰਮ ਨੂੰ ਉਸ ਤਰ੍ਹਾਂ ਇੰਟਰਪ੍ਰੇਟ ਕੀਤਾ, ਅਤੇ ਸਾਡੇ ਸਾਰੇ ਇਤਿਹਾਸ ਨੂੰ ਉਸ ਤਰ੍ਹਾਂ ਇੰਟਰਪ੍ਰੇਟ ਕੀਤਾ। ਇਹ ਸਾਰੇ ਚੱਲਿਆ। ਇਹ ਗੱਲ ਵੱਡੀ ਹੈ ਕਿ ਉਹਦੇ 'ਚੋਂ ਜਿਹੜੀ ਚੇਤਨਤਾ ਦੀ ਫਿਰ ਘਾਟ ਹੈ ਨਾ, ਜਿਹੜੀ ਉਹ ਸਾਹਮਣੇ ਆਉਂਦੀ ਹੈਗੀ ਆ ਵੀ ਲਗਾਤਾਰ ਉਹਨਾਂ ਨੇ
ਇਤਿਹਾਸ ਬਾਰੇ ਹੁਣ ਕਿੰਨੀਆਂ ਸਾਰੀਆਂ ਕਿਤਾਬਾਂ ਹਰ ਰੋਜ਼ ਨਵਾਂ ਆ ਰਿਹਾ ਵੀ ਗੁਰੂ ਨਾਨਕ ਦੇਵ ਜੀ ਬਾਰੇ ਗਲਤ ਤੱਥ ਨੇ, ਗੁਰੂ ਤੇਗ ਬਹਾਦਰ ਜੀ ਬਾਰੇ ਗਲਤ ਤੱਥ ਨੇ, ਜਾਂ ਸਿੱਖ ਧਰਮ ਬਾਰੇ ਓਵਰਆਲ ਵੀ ਇਹ ਇੱਕ ਹਿੰਦੂਆਂ ਦਾ ਹੀ ਹਿੱਸਾ ਹੈਗਾ ਹੈ ਨਾ, ਵੀ ਇਹ ਜਸਟ ਹੋਰ ਕੁਛ ਨਹੀਂ। ਹਾਲਾਂਕਿ ਗੁਰੂ ਸਾਹਿਬ ਨੇ ਜਦੋਂ ਵੇਈ ਚੋਂ ਬਾਹਰ ਆਏ ਨੇ ਉਹਨਾਂ ਨੇ ਸਪਸ਼ਟ ਐਲਾਨ ਕਰਿਆ ਵੀ ਨਾ ਹਮ ਹਿੰਦੂ ਨਾ ਮੁਸਲਮ, ਹੈ ਨਾ, ਮਤਲਬ ਕਿ ਇਹ ਸਿਧਾਂਤਕ ਤੋੜ ਵਿਛੋੜਾ ਸੀ, ਇਹ ਪੈਰਾਡਾਈਮ ਸ਼ਿਫਟ ਸੀਗੀ, ਹੈ ਨਾ। ਸੋ ਜਦੋਂ ਪੈਰਾਡਾਈਮ ਸ਼ਿਫਟ ਹੁੰਦੀ ਹੈ, ਇਹ ਰੈਵੋਲੂਸ਼ਨ ਜਿਹਨੂੰ ਇਲਹਾਮ ਕਹਿੰਦੇ ਆ, ਉਸ ਦਿਨ ਗੁਰੂ ਸਾਹਿਬ ਨੂੰ ਇਲਹਾਮ ਹੋਇਆ ਸੀ। ਜਿਹੜੀ ਹੋ ਸਕਦਾ ਇਲਹਾਮ ਪਹਿਲਾਂ ਹੋ ਗਿਆ ਹੋਵੇ, ਪਰ ਉਹਨਾਂ ਨੇ ਐਲਾਨ ਉਸ ਦਿਨ ਕੀਤਾ ਗੁਰੂ ਸਾਹਿਬ ਨੇ। ਸੋ ਜਿਹੜੇ ਧਰਮ ਇਲਹਾਮ 'ਚੋਂ ਪੈਦਾ ਹੋਏ ਨੇ ਉਹਨਾਂ ਦਾ ਪੁਰਾਤਨ ਰਵਾਇਤਾਂ ਨਾਲ ਕੋਈ ਵੀ ਸੰਬੰਧ ਨਹੀਂ ਰਹਿੰਦਾ। ਸੋ ਗੁਰੂ ਨਾਨਕ ਦੇਵ ਜੀ ਨੇ ਜਿਸ ਦਿਨ ਵੇਈ 'ਚੋਂ ਆ ਕੇ ਇਹ ਐਲਾਨ ਕਰਿਆ ਵੀ ਨਾ ਹਮ ਹਿੰਦੂ ਨਾ ਮੁਸਲਮਾਨ, ਉਸ ਦਿਨ ਇੱਕ ਵੱਖਰੇ ਨਿਆਰੇ ਧਰਮ ਦੀ ਨੀਂਹ ਰੱਖੀ ਗਈ ਸੀ। ਉਸ ਨਿਆਰੇ ਧਰਮ ਦੇ ਆਧਾਰ 'ਤੇ ਮੁੜ ਕੇ ਜੋ ਇਤਿਹਾਸ ਸਿਰਜਿਆ ਗਿਆ, ਉਹਨੇ ਇੱਕ ਨਿਆਰੀ ਕੌਮ ਦੀ ਸਿਰਜਣਾ ਕੀਤੀ ਹੈ। ਸੋ ਉਸ ਕੌਮ ਦੀਆਂ ਆਪਣੀਆਂ ਰਾਜਨੀਤਿਕ ਰੀਝਾਂ ਨੇ, ਆਪਣੀਆਂ ਆਰਥਿਕ ਰੀਝਾਂ ਨੇ, ਆਪਣੀਆਂ ਅਕੈਡਮਿਕ ਰੀਝਾਂ ਨੇ, ਆਪਣੀਆਂ ਹਿਸਟੋਰੀਕਲ ਰੀਝਾਂ ਨੇ। ਉਹਨਾਂ ਰੀਝਾਂ ਦੀ ਪ੍ਰਾਪਤੀ ਲਈ ਕੌਮ ਜਿਹੜਾ ਸੰਘਰਸ਼ ਕਰ ਰਹੀ ਹੈ ਉਹ ਨੈਸ਼ਨਲਿਜ਼ਮ। 80ਵੇਂ ਦੇ ਦਹਾਕੇ ਵਿੱਚ ਇਕੱਲੇ ਪੰਜਾਬ ਹੀ ਨਹੀਂ, ਪੂਰੇ ਭਾਰਤ ਵਿੱਚ ਬਹੁਤ ਸਾਰੀਆਂ ਲਹਿਰਾਂ ਚੱਲ ਰਹੀਆਂ ਸਨ, ਚਾਹੇ ਉਹ ਅਸਾਮ ਦਾ ਸੰਘਰਸ਼ ਹੋਵੇ, ਚਾਹੇ ਦੱਖਣ 'ਚ ਤਮਿਲਾਂ ਦਾ। ਪਰ ਸਿੱਖਾਂ ਨੂੰ ਮੇਨ ਨਿਸ਼ਾਨੇ ਤੇ ਰੱਖਿਆ ਗਿਆ। ਸਿੱਖਾਂ ਤੇ ਸਰੀਰਕ ਹਮਲੇ ਦੇ ਨਾਲ-ਨਾਲ ਮਾਨਸਿਕ ਹਮਲਾ ਵੀ ਕੀਤਾ ਗਿਆ, ਤਾਂ ਜੋ ਭਵਿੱਖ ਦੇ ਵਿੱਚ ਸਿੱਖ ਕਦੇ ਸਿਰ ਨਾ ਚੁੱਕ ਸਕਣ। ਘੱਟ ਇਹਨਾਂ ਨੇ ਕਿਤੇ ਵੀ ਨਹੀਂ ਗੁਜ਼ਾਰੀ, ਜਿੱਥੋਂ ਵੀ ਕਿਤੇ ਆਪਾਂ ਨੂੰ ਪਤਾ ਨਹੀਂ ਹੁੰਦਾ। ਜਿਵੇਂ ਹੁਣ ਨਾਗਾਲੈਂਡ 'ਚ ਕੀ ਜ਼ੁਲਮ ਹੋਏ, ਮਣੀਪੁਰ 'ਚ ਕੀ ਹੋਏ, ਮਿਜ਼ੋਰਾਮ 'ਚ ਕੀ ਹੋਏ, ਉਹ ਐਡੀ ਦੂਰ ਨਪਹਿਰੀ ਫਰੀ 'ਤੇ ਉਹ ਤਾਂ ਸਾਡੇ ਅਖਬਾਰਾਂ 'ਚ ਵੀ ਖਬਰਾਂ ਨਹੀਂ ਆਉਂਦੀਆਂ ਉਹਦੀਆਂ, ਹੈ ਨਾ। ਜ਼ੁਲਮ ਤਾਂ ਜਿੱਥੇ ਵੀ ਕਿਤੇ ਇਹਨਾਂ ਨੂੰ ਕੋਈ ਚੁਣੌਤੀ ਪੇਸ਼ ਹੋਈ ਹੈ, ਚੈਲੰਜ ਹੋਏ ਨੇ, ਇਹਨਾਂ ਨੇ ਜ਼ੁਲਮ ਕੀਤੇ ਨੇ। ਪਰ ਸਿੱਖਾਂ ਨੂੰ ਟਾਰਗੇਟ ਸਭ ਤੋਂ ਵੱਧ ਤਾਂ ਕੀਤਾ ਕਿ ਸਿੱਖਾਂ ਤੋਂ ਖਤਰਾ ਬਹੁਤ ਵੱਡਾ ਹੋ ਗਿਆ ਸੀ ਸਟੇਟ ਨੂੰ, ਕਿਉਂਕਿ ਜੇ ਸਿੱਖ ਪਾਸੇ ਜਾਂਦੇ ਨੇ ਇਹਨਾਂ ਦੀ ਸਾਰੀ ਸਟੇਟ ਕੋਲੈਪਸ ਹੁੰਦੀ ਹੈ। ਸਿੱਖ ਆਰਮਡ ਫੋਰਸ ਵਿੱਚ ਕਿੱਡੀ ਤਾਕਤ ਹੈ, ਬਿਊਰੋਕਰੇਸੀ 'ਚ ਕਿੱਡੀ ਤਾਕਤ ਹੈ, ਅਤੇ ਇੱਕ ਉਂਝੀ ਜਿਹੜੀ ਹੈਗੀ ਲੜਾਕੂ ਫੋਰਸ ਹੈ, ਅਤੇ ਜਿਹਨੂੰ ਇਹਨਾਂ ਨੇ ਯੂਜ ਕਰਨਾ ਹੈ ਪਾਕਿਸਤਾਨ ਦੇ ਅਤੇ ਹੋਰ ਸਾਰੇ ਖਿਲਾਫ। ਸੋ ਇਹ ਇੰਡੀਅਨ ਸਟੇਟ ਦਾ ਇੱਕ ਬਹੁਤ ਵੱਡਾ ਰੀੜ੍ਹ ਦੀ ਹੱਡੀ ਹੈ, ਪਿੱਲਰ ਹੈ ਬਹੁਤ ਵੱਡਾ ਸਿੱਖ। ਸੋ ਜੇ ਸਿੱਖ ਇਸ ਤਰ੍ਹਾਂ ਕਰਦਾ, ਬਾਕੀਆਂ ਨੂੰ ਇਹ ਸਹਿਣ ਕਰ ਸਕਦੇ। ਮੈਂ ਕਹਿਣਾ ਜੇ ਕਿਸੇ ਮੌਕੇ ਤਾਮਿਲਨਾਡੂ ਅਲੱਗ ਹੋ ਜੇ, ਇੰਨਾ ਬਹੁਤਾ ਫਰਕ ਨਹੀਂ ਪੈਣਾ ਇਹਨਾਂ ਨੂੰ, ਅਤੇ ਉਹ ਸਹਿਣ ਕਰ ਲੈਣਗੇ। ਸਿੱਖਾਂ ਵਾਲਾ ਕੰਮ ਇਹਨਾਂ ਤੋਂ ਸਹਿਣ ਨਹੀਂ ਹੋਣਾ। ਸੋ ਸਿੱਖਾਂ ਨੂੰ ਇਹ ਤਾਂ ਵੱਧ ਇਸ ਤਰ੍ਹਾਂ ਕਰਦੇ ਨੇ ਕਿ ਥੋੜ੍ਹੀ ਜਿਹੀ ਗੱਲ ਵੀ ਹੋ ਜੇ ਨਾ ਸਿੱਖਾਂ ਦੀ, ਉਹ ਤਾਂ ਫਿਰ ਐਡਾ ਕਹਿਰਵਾਨ ਹਮਲਾ ਕਰਦੇ ਨੇ। ਇਹਨੂੰ ਡਰ ਲੱਗਦਾ ਕਿ ਜੇ ਇਹ ਗੱਲ ਹੋ ਗਈ ਤਾਂ ਸਾਡਾ ਖਤਮ ਹੈ ਫਿਰ ਸਭ ਕੁਛ। ਸੋ ਭੈ ਬਹੁਤ ਆ ਸਿੱਖਾਂ ਤੋਂ। ਜੇ ਮਾੜਾ ਜਿਹਾ ਪੱਤਾ ਵੀ ਹਿੱਲ ਜੇ ਉਹਦੇ ਨਾਲ ਵੀ ਇਹਨਾਂ ਨੂੰ ਦਹਿਲ ਪੈਣ ਲੱਗ ਜਾਂਦੇ, ਤਾਂ ਸਾਡੇ 'ਤੇ ਇਹ ਸਿੱਖਾਂ ਨੂੰ ਵੱਧ ਇਹ ਕਰਦੇ ਨੇ। ਉਂਝ ਜ਼ੁਲਮ ਇਹਨਾਂ ਨੇ ਸਾਰੇ ਥਾਵਾਂ 'ਤੇ ਕੀਤੇ ਨਾ, ਆਪਾਂ ਨੂੰ ਪਤਾ ਨਹੀਂ ਹੁੰਦਾ। ਤੁਸੀਂ ਆ ਜਿਹੜੇ ਮਾਓਇਸਟ ਸਟਰਗਲ ਚੱਲ ਰਹੀ ਹੈ, ਜਾਂ ਹੁਣ ਅੱਜ ਕਸ਼ਮੀਰ ਦੇ ਵਿੱਚ ਤੁਸੀਂ ਦੇਖੋ ਸਹੀ ਕੀ ਕੁਛ ਕਰ ਰਹੇ ਨੇ, ਮਤਲਬ ਇਹ ਉਹ ਸਾਰੇ ਥਾਵਾਂ 'ਤੇ ਹੀ ਕਰਦੇ। ਸਿੱਖਾਂ ਦਾ ਸਾਨੂੰ ਇੱਕ ਤਾਂ ਆਪ ਪਤਾ ਹੈ, ਕਿਉਂਕਿ ਅਸੀਂ ਭੋਗੇ ਨੇ ਉਹ, ਇਸ ਕਰਕੇ ਸਾਨੂੰ ਲੱਗਦਾ ਸਿੱਖਾਂ ਨਾਲ ਵੱਧ ਕੀਤਾ। ਅਤੇ ਦੂਜਾ ਚੱਲ ਮੈਂ ਕਾਰਨ ਦੱਸਿਆ ਕਿ ਸਿੱਖਾਂ ਨੂੰ ਇਹ ਅਫੋਰਡ ਨਹੀਂ ਕਰ ਸਕਦੇ ਵੀ ਸਿੱਖ ਪਾਸੇ ਚਲੇ ਜਾਣ। ਸੋ ਜਿੱਦੇ ਸਿੱਖ ਜਾਗਰੂਕ ਹੋ ਜਾਣਗੇ, ਜਿੱਦੇ ਸਿੱਖ ਸੋਵਰਨ ਹੋ ਜਾਣਗੇ, ਉੱਦੇ ਫਿਰ ਇਹ ਨਕਸ਼ੇ, ਇਸ ਖਿੱਤੇ ਦਾ ਨਕਸ਼ਾ ਇਹ ਨਹੀਂ ਰਹਿਣਾ, ਇਹਦੀਆਂ ਹੱਦਾਂ ਇਹ ਨਹੀਂ ਰਹਿਣੀਆਂ। ਇੱਥੇ ਬੜਾ ਕੁਛ ਫਿਰ ਇਕੱਲੇ ਸਿੱਖਾਂ ਦਾ ਕੰਮ ਨਹੀਂ, ਇੱਥੇ ਬੜਾ ਕੁਛ ਹੋਣਾ। ਜਿਵੇਂ ਬੰਦੀ ਛੋੜ ਸੀ ਨਾ ਪਾਤਸ਼ਾਹ ਛੇਵੇਂ, ਕਿ ਉਹ ਇਕੱਲੇ ਆਪ ਰਿਹਾ ਨਹੀਂ ਸੀ ਹੋਏ, ਉਹ ਤਾਂ ਕਿੰਨੇ ਰਾਜਿਆਂ ਨੂੰ ਨਾਲ ਲਿਆਏ ਸੀ। ਅਤੇ ਇੱਥੇ ਤਾਂ ਪਤਾ ਨਹੀਂ ਕਿੰਨਿਆਂ ਦੀ ਫਿਰ ਮੁਕਤੀ ਹੋਣੀ ਹੈ। ਸੋ ਇਸ ਕਰਕੇ ਹੈ ਵੀ ਸਿੱਖਾਂ 'ਤੇ ਇਹ ਇੱਕ ਇਤਿਹਾਸਕ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ, ਅਤੇ ਦੂਜਿਆਂ ਨੂੰ ਕੁਰਬਾਨੀਆਂ ਵੀ ਬਹੁਤ ਦੇਣੀਆਂ ਪੈਣਗੀਆਂ, ਕਿਉਂਕਿ ਉਹ ਆਪਦੀ ਇਕੱਲੀ ਆਪਦੀ ਨਹੀਂ ਕਰਨਗੇ। ਉਹਨਾਂ ਦੀ ਮੁਕਤੀ ਨਾਲ ਬਹੁਤ ਕੁਛ ਮੁਕਤ ਹੋਣਾ। ਅਤੇ ਹੁਣ ਜੋ ਹਾਲਾਤ ਬਣ ਰਹੇ ਨੇ, ਤੁਸੀਂ ਦੇਖਿਓ ਆਉਣ ਵਾਲੇ 5, 7, 10 ਸਾਲਾਂ ਦੇ ਵਿੱਚ ਬਹੁਤ ਵੋਲੇਟਾਈਲ ਸਿਚੁਏਸ਼ਨ ਹੈ ਉਸ ਰੀਜਨ ਦੇ ਵਿੱਚ। ਅਤੇ ਉਸ ਰੀਜਨ 'ਚ ਇਹ ਬਾਊਂਡਰੀਜ਼ ਇਹ ਨਹੀਂ ਰਹਿਣੀਆਂ, ਇਹ ਰੀਡਰਾ ਹੋਣਗੀਆਂ। ਕਿਸ ਫਾਰਮ 'ਚ ਹੁੰਦੀਆਂ ਇਹ ਕੁਛ ਨਹੀਂ ਕਿਹਾ ਜਾ ਸਕਦਾ, ਪਰ ਬਹੁਤ ਕੁਛ ਦਾਅ 'ਤੇ ਲੱਗਿਆ ਪਿਆ ਉੱਥੇ, ਵੱਡੀਆਂ ਤਾਕਤਾਂ
ਚੀਨ ਹੈ, ਰੂਸ ਹੈ, ਅਮਰੀਕਾ ਹੈ, ਇਹ ਤਾਂ ਮੇਜਰ ਪਾਵਰਸ ਹਨ ਅਤੇ ਉਹ ਉੱਥੇ ਬੜੀ ਪੋਲੀਟਿਕਸ ਚੱਲ ਰਹੀ ਹੈ। ਹਾਂ, ਅਤੇ ਉਹਦਾ ਇੰਪੈਕਟ ਸਾਡੇ ਅੰਦਰ ਵੀ ਪੈਣਾ ਹੈ, ਸਾਡੀ ਸਟਰਗਲ ਦਾ ਉਹਨਾਂ 'ਤੇ ਪੈਣਾ ਹੈ। ਸੋ ਹੁਣ ਆਪਾਂ ਇਹਨੂੰ ਆਈਸੋਲੇਸ਼ਨ 'ਚ ਨਾ ਦੇਖੀਏ ਸਿੱਖਾਂ ਦੀ ਸਟਰਗਲ ਨੂੰ। ਅਤੇ ਇਹ ਗੱਲ ਤੁਹਾਨੂੰ ਥੋੜ੍ਹੀ ਜਿਹੀ ਵੱਧਵੀਂ ਲੱਗ ਸਕਦੀ ਆ, ਪਰ ਇਹ ਇਕੱਲੀ ਸਿੱਖਾਂ ਦੀ ਮੁਕਤੀ ਇੱਥੇ ਨਹੀਂ ਹੋਣੀ ਕਿਤੇ। ਇਸ ਮੁਕਤੀ ਨਾਲ ਤਾਂ ਬਹੁਤ ਕੁਛ ਹੋਰ ਮੁਕਤ ਹੋ ਜਾਣ। ਇਹ ਤਾਂ ਜਦੋਂ ਆਪਾਂ ਇਹੀ ਕਾਰਨ ਸਮਝਦੇ ਹਾਂ ਵੀ ਜਿਹੜੀ ਸਿੱਖ ਲਹਿਰ ਸੀ ਨਾ, ਮੈਂ ਹਥਿਆਰਬੰਦ ਲਹਿਰ ਦੀ ਗੱਲ ਨਹੀਂ ਕਰਦਾ, ਜਿਹੜੀ ਸਿਧਾਂਤਕ ਲਹਿਰ ਸੀ, ਸਿਧਾਂਤਕ ਸਿੱਖ ਲਹਿਰ ਵਿੱਚ ਇੰਨੀਆਂ ਜ਼ਿਆਦਾ ਸੰਭਾਵਨਾਵਾਂ ਪਈਆਂ ਸੀ ਤੇ ਪਈਆਂ ਹਨ, ਅੱਜ ਵੀ ਪਈਆਂ ਹਨ, ਵੀ ਉਹ ਜੇ ਕਿਤੇ ਸਿਧਾਂਤਕ ਤੌਰ 'ਤੇ ਸਹੀ ਦਿਸ਼ਾ, ਕਿਉਂਕਿ ਸਹੀ ਦਿਸ਼ਾ ਸਿਰਫ ਇਹ ਨਹੀਂ ਵੀ ਸਾਡੇ 'ਚ ਕਮਜ਼ੋਰੀ ਆ, ਸਹੀ ਦਿਸ਼ਾ ਸਰਕਾਰ ਦੇ ਜ਼ੁਲਮਾਂ ਨੇ ਨਹੀਂ ਲੈਣ ਦਿੱਤੀ। ਜੇ ਸਿਧਾਂਤਕ ਤੌਰ 'ਤੇ ਸਿੱਖ ਲਹਿਰ ਜਿਸ ਤਰ੍ਹਾਂ ਦਾ ਸਿਧਾਂਤ ਜਾਂ ਜਿਸ ਤਰ੍ਹਾਂ ਦਾ ਹਰ ਕੌਮ ਨੂੰ ਤੇ ਹਰ ਭਾਈਚਾਰੇ ਨੂੰ ਆਪਣੇ ਨਾਲ ਲੈ ਕੇ ਚੱਲਣ ਦਾ ਗੁਰੂ ਸਾਹਿਬ ਦਾ ਸੰਦੇਸ਼ ਜੇ ਅਕੈਡਮਿਕ ਤੌਰ 'ਤੇ ਇੰਟਰਪ੍ਰੈਟ ਹੋ ਕੇ ਇੱਕ ਲਹਿਰ ਦਾ ਹਿੱਸਾ ਬਣ ਜਾਂਦਾ, ਤਾਂ ਉਹ ਮੇਨ ਸਟ੍ਰੀਮ ਜਿਹੜਾ ਭਾਰਤੀ ਮੇਨਲੈਂਡ ਆ ਉਹਦੇ ਲਈ ਬਹੁਤ ਵੱਡੀ ਚੁਣੌਤੀ ਖੜੀ ਕਰ ਸਕਦਾ। ਰਾਜਨੀਤਿਕ ਤੌਰ 'ਤੇ ਜਿਹੜਾ ਭਾਰਤ ਨੂੰ ਜਿਹੜੇ ਅੱਜ ਕੱਲ੍ਹ ਬੰਨਣ ਦੇ ਯਤਨ ਵਿੱਚ ਨੇ, ਇੰਨੇ ਬੰਨ੍ਹ ਨੂੰ ਬੰਨੇ ਜਾ ਰਹੇ ਨੇ ਵੀ ਪਰਮਾਣੂ ਹਥਿਆਰਾਂ ਤੱਕ ਦੇ, ਉਹ ਜਸਟ ਕਿਸੇ ਵਿਦੇਸ਼ੀ ਹਮਲੇ ਤੋਂ ਨਹੀਂ ਹੈਗੇ, ਉਹ ਅੰਦਰੂਨੀ ਇਹਨਾਂ ਜਿਹੜੀਆਂ ਲਹਿਰਾਂ ਨੇ ਉਹਨਾਂ ਤੋਂ ਵੀ ਜਿਹੜੇ ਖਬਰਦਾਰ ਹੋ ਕੇ ਉਹ ਚੱਲ ਰਹੇ ਨੇ। ਸੋ ਸਿੱਖ ਲਹਿਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀਆਂ ਜ਼ਿਆਦਾ ਸੰਭਾਵਨਾਵਾਂ ਪਈਆਂ ਹਨ ਅੱਜ ਵੀ, ਜੋ ਅੱਜ ਵੀ ਆਰਗੇਨਾਈਜ਼ ਹੋ ਜਾਂਦਾ, ਤਾਂ ਉਹ ਜਿਹੜੀ ਅਲੀਟ ਵਰਗ ਹੈ ਨਾ, ਜਿਹੜਾ ਜਾਤ ਪਾਤੀ ਹੰਕਾਰ ਨਾਲ ਜੁੜਿਆ ਹੋਇਆ ਵਰਗ ਹੈਗਾ, ਜਿਹੜਾ ਉਹ ਰਾਜ ਚਲਾ ਰਿਹਾ, ਤਾਂ ਜਿਸ ਤਰ੍ਹਾਂ ਉਹ ਮਾਨਸਿਕ ਤੌਰ 'ਤੇ ਗੁਲਾਮ ਬਣਾ ਰਿਹਾ ਲੋਕਾਂ ਨੂੰ, ਉਹ ਗੁਲਾਮੀ ਆ ਫਿਰ ਲੋਕਾਂ ਨੇ ਟੁੱਟਣੀ ਸੀ। ਸੋ ਇਸੇ ਕਰਕੇ ਉਹਨਾਂ ਦੀ ਸਾਰੀ ਜਿਹੜੀ ਸਾਰੀ ਸ਼ਕਤੀ ਸੀ ਉਹ ਸਿੱਖ ਲਹਿਰ ਦੇ ਖਿਲਾਫ ਭੁਗਤੀ, ਚਾਹੇ ਉਹ ਵਿਦਵਤਾ ਦੇ ਖੇਤਰ ਵਿੱਚ ਸੀ, ਮੀਡੀਆ ਦੇ ਖੇਤਰ ਵਿੱਚ ਸੀ, ਜਾਂ ਫਿਰ ਜਿਹੜਾ ਹਿਊਮਨ ਰਾਈਟਸ ਦੀਆਂ ਜਿਹੜੀਆਂ ਵਾਇਓਲੇਸ਼ਨਸ ਹੋਈਆਂ ਉਹਦੇ ਵਿੱਚ ਸੀਗੀ। ਉਹਨਾਂ ਨੂੰ ਲੱਗਦਾ ਸੀਗਾ ਵੀ ਜੇ ਕਸ਼ਮੀਰ ਚਲਿਆ ਜਾਵੇ ਤਾਂ ਕੋਈ ਗੱਲ ਨਹੀਂ, ਪਰ ਜੇ ਪੰਜਾਬ ਚਲਿਆ ਜਾਂਦਾ ਕਿਸੇ ਢੰਗ ਨਾਲ, ਪੰਜਾਬ ਵਿੱਚ ਕੋਈ ਇਸ ਤਰ੍ਹਾਂ ਦੀ ਗੜਬੜ ਉਤਪੰਨ ਹੋ ਜਾਂਦੀ ਆ, ਉਹ ਸਮੁੱਚੇ ਭਾਰਤ ਨੂੰ ਆਪਣੇ ਮਗਰ ਲਾ ਸਕਦੀ। ਈਵਨ ਦੱਖਣ ਵਾਲੇ ਵੀ ਕਿਤੇ ਨਾ ਕਿਤੇ ਇਹ ਆ ਰਿਹਾ ਵੀ ਉਹ ਸਿੱਖਾਂ ਦੇ ਨਾਲ ਰਲ ਕੇ ਜਿਹੜਾ ਇੱਕ, ਕਿਉਂਕਿ ਦੋ ਚੱਲ ਰਹੇ ਆ ਨਾ, ਇੱਕ ਜਿਹੜੀ ਹਿੰਦੀ ਹਾਰਟਲੈਂਡ ਹੈਗੀ ਆ, ਇੱਕ ਜਿਹੜਾ ਦੱਖਣ ਭਾਰਤ ਹੈ, ਜਿਨ੍ਹਾਂ ਦਾ ਕੌਨਫਲਿਕਟ ਹੈ ਸਿਧਾਂਤਕ ਤੌਰ 'ਤੇ, ਉਹਨਾਂ ਦਾ ਵੀ ਆਪਣਾ ਇਤਿਹਾਸ ਹੈ, ਆਪਣੀ ਬੋਲੀ, ਆਪਣਾ ਮੀਡੀਆ, ਉਹਨਾਂ ਦਾ ਆਪਣਾ ਸਾਹਿਤ, ਆਪਣਾ ਸਿਨੇਮਾ ਇੰਡਸਟਰੀ ਹੈਗੀ ਆ ਸਾਊਥ ਇੰਡੀਆ ਦੀ। ਸੋ ਉਹ ਵੀ ਆਪਣੇ ਆਪ ਨੂੰ ਭਾਰਤੀ ਮੇਨਲੈਂਡ ਨਾਲੋਂ ਨਿਆਰੇ ਸਮਝਦੇ ਨੇ। ਸੋ ਜੇ ਸਿੱਖ ਅਗਵਾਈ ਕਰਦੇ ਨੇ ਤੇ ਦੱਖਣ ਭਾਰਤ ਵਾਲੇ ਨਾਲ ਜੁੜ ਜਾਂਦੇ ਨੇ, ਤਾਂ ਇੱਕ ਬਹੁਤ ਵੱਡੀ ਫੋਰਸ ਆ ਜਿਹੜੀ ਬਣ ਸਕਦੀ ਹੈ, ਜੋ ਕਿ ਚੈਲੰਜੇਬਲ ਹੋ ਸਕਦੀ ਹੈ ਇਸ ਤਰ੍ਹਾਂ ਜਿਹੜੀ ਅਲੀਟ ਵਰਗ। ਆਰਐਸਐਸ ਵੱਲੋਂ ਸਮੇਂ-ਸਮੇਂ ਤੇ ਸਿੱਖਾਂ ਉੱਪਰ ਸਿਧਾਂਤਕ ਹਮਲੇ ਹੁੰਦੇ ਆਏ ਹਨ। ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਅੰਗਰੇਜ਼ਾਂ ਕੋਲ ਆਜ਼ਾਦੀ ਵੇਲੇ ਵੀ ਇਹ ਜ਼ੋਰ ਦਿੰਦੇ ਰਹੇ ਵੀ ਅਸੀਂ ਤਿਰੰਗੇ ਨੂੰ ਮਾਨਤਾ ਨਹੀਂ ਦਿੰਦੇ। ਹਿੰਦੂਤਵਵਾਦੀ ਉਹ ਹਕੂਮਤ ਨੂੰ ਇੰਨੀ ਗੱਲ ਸਮਝ ਆ ਗਈ ਸੀਗੀ ਕਿ ਜਿਹੜੀ ਇਹ ਸਿੱਖਾਂ ਦੀ ਚਾਹੇ ਨਸਲਕੁਸ਼ੀ ਹੋ ਜੇ, ਚਾਹੇ ਆਪਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਦੱਬ ਨਹੀਂ ਸਕਦੇ। ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਾਬਤ ਕਰਨ ਦੇ ਲਈ ਰਾਸ਼ਟਰੀ ਸਿੱਖ ਸੰਗਤ ਨਾਮ ਦੀ ਜਥੇਬੰਦੀ ਦਾ ਗਠਨ ਕੀਤਾ ਗਿਆ। RSS ਇਹ ਸ਼ੁਰੂ ਹੀ ਇਸ ਕਰਕੇ ਹੋਏ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਉਹ ਲੋਕ ਜੋ ਸਾਡੇ ਵਰਗੇ ਦਿਖਦੇ ਤਾਂ ਸੀ, ਜਿਨ੍ਹਾਂ ਨੇ ਪੱਗਾਂ ਵੀ ਬੰਨੀਆਂ ਸੀ, ਜਿਹੜੇ ਅੰਮ੍ਰਿਤਧਾਰੀ ਵੀ ਸੀ ਔਰ ਬਾਣੀ ਵੀ ਬਹੁਤ ਸੋਹਣੀ ਪੜ੍ਹਦੇ ਸੀ, ਉਹਨਾਂ ਨੂੰ ਸਾਡੇ ਵਿੱਚ ਉਹਨਾਂ ਨੇ ਰਲਾਉਣਾ ਸ਼ੁਰੂ ਕੀਤਾ। ਸੇ ਜਿਹੜਾ ਮਟੀਰੀਅਲਿਜ਼ਮ ਇੰਨਾ ਹਾਵੀ ਹੋ ਗਿਆ ਸੰਸਾਰ ਪੱਧਰ 'ਤੇ, ਬੰਦੇ ਦਾ ਈਮਾਨ ਕੋਈ ਰਹਿ ਹੀ ਨਹੀਂ ਗਿਆ ਪੈਸੇ ਤੋਂ ਬਿਨਾਂ। ਹਿੰਦੀ ਦੇ ਅਖਬਾਰਾਂ ਨੇ ਹੌਲੀ-ਹੌਲੀ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਵੱਡੀ ਮਾਰਕੀਟ ਨੂੰ ਕਵਰ ਕੀਤਾ। ਪੁਰਾਤਨ ਪੰਜਾਬੀ ਦੇ ਅਖਬਾਰ ਜਾਂ ਮੈਗਜ਼ੀਨ ਸੀ ਵਗੈਰਾ ਖਤਮ ਕਰ ਦਿੱਤੀ ਗਈ। ਸਿੱਖਾਂ 'ਚ ਗੁੱਡਵਿਲ ਬਣਾਈ ਜਾ ਸਕਦੀ ਆ ਮਸਲਾ ਚੁੱਕ ਕੇ, ਇਹਨਾਂ ਦਾ ਇੱਕ ਬੰਦਾ ਛਡਾ ਦਿਓ ਫਾਂਸੀ ਤੋਂ,